ਹਾਲੇਲੂਇਆ। ਸੋ ਪ੍ਰਭੂ ਦਾ ਧੰਨਵਾਦ ਹੋਵੇ। ਹਾਲੇਲੂਇਆ, ਹਾਲੇਲੂਇਆ। ਸੋ ਅਸੀਂ ਪ੍ਰਭੂ ਦੇ ਵਚਨ ਨੂੰ ਸਿੱਖਦੇ ਹਾਂ ਅੱਜ ਦੇ ਵਾਸਤੇ ਜੋ ਰੱਬ ਦੀ ਬਾਣੀ ਆ। ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਯੁੱਗ ਚੱਲ ਰਿਹਾ ਆ, ਜਿਹੜਾ ਸਮਾਂ ਚੱਲ ਰਿਹਾ ਆ, ਇਹਦੇ 'ਚ ਸਭ ਲੋਕ ਪਰਿਵਰਤਨ ਚਾਹੁੰਦੇ ਆ। ਕੀ ਚਾਹੁੰਦੇ ਆ? ਪਰਿਵਰਤਨ, ਬਦਲਾਹਟ, ਹੈ ਨਾ। ਕੁਛ ਬਦਲਿਆ 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 ਚਾਹੁੰਦੇ ਆ। ਇੱਕੋ ਮਾਡਲ, ਇੱਕੋ ਹੀ ਸੂਟ ਤੋਂ ਕੋਈ ਸੰਤੁਸ਼ਟ ਰਹਿੰਦਾ ਨਹੀਂ। ਘਰ ਦੇ ਵਿੱਚ ਇੱਕੋ ਤਰ੍ਹਾਂ ਦਾ ਰੰਗ ਹੋਇਆ ਹੋਵੇ, ਉਹਨੂੰ ਵੀ ਕੀ ਕਰਦੇ ਰਹਿੰਦੇ ਆ? ਬਦਲਦੇ ਰਹਿੰਦੇ ਆ। ਗੱਡੀਆਂ, ਮੋਟਰਸਾਈਕਲ, ਕਾਰਾਂ ਜੋ ਵੀ ਆ, ਉਹਨਾਂ ਨੂੰ ਵੀ ਕੀ ਕਰਦੇ ਰਹਿੰਦੇ ਆ? ਸਮੇਂ ਸਮੇਂ 'ਤੇ ਬਦਲਦੇ ਰਹਿੰਦੇ ਆ। ਔਖੇ ਹੋ ਕੇ, ਸੌਖੇ ਹੋ ਕੇ, ਕਿਸ਼ਤਾਂ 'ਤੇ ਲੈ ਕੇ, ਕਰਜ਼ਾ ਚੱਕ ਕੇ ਬਦਲਾਹਟ ਦੇ ਉਹ ਇੱਛੁਕ ਰਹਿੰਦੇ ਆ। ਉਹ ਚਾਹੇ ਕਾਰੋਬਾਰ ਦੇ ਵਿੱਚ ਹੋਵੇ, ਚਾਹੇ ਪਰਿਵਾਰ ਦੇ ਵਿੱਚ ਹੋਵੇ, ਚਾਹੇ ਪਹਿਨਣ ਦੇ ਵਿੱਚ ਹੋਵੇ, ਚਾਹੇ ਓੜਨ ਦੇ ਵਿੱਚ ਹੋਵੇ, ਚਾਹੇ ਫੈਸ਼ਨ ਦੇ ਵਿੱਚ ਹੋਵੇ, ਹਰ ਚੀਜ਼ 'ਚ ਕੀ ਚਾਹੁੰਦੇ ਲੋਕ? ਬਦਲਾਹਟ ਚਾਹੁੰਦੇ। ਹਾਲੇਲੂਇਆ। ਸੋ ਬਦਲਾਹਟ ਚੰਗੀ ਚੀਜ਼ ਆ। ਇੱਕੋ ਚੀਜ਼ ਹਰ ਟਾਈਮ ਇੱਕੋ ਇੱਦਾਂ ਠੀਕ ਵੀ ਲੱਗਦਾ ਨਹੀਂ। ਹਾਲੇਲੂਇਆ। ਇੱਕੋ ਪ੍ਰਕਾਰ ਦਾ ਭੋਜਨ ਰੋਜ਼ ਖਾਈ ਜਾਓ ਤੇ ਉਹ ਲਗਾਤਾਰ ਖਾ ਹੁੰਦਾ ਨਹੀਂ, ਮਨ ਚੱਕਿਆ ਜਾਂਦਾ। ਸੋ ਜੇ ਇਨਸਾਨ ਦੀ ਇਹ ਆਦਤ ਆ, ਉਹ ਬਦਲਾਹਟ ਚਾਹੁੰਦਾ ਆ, ਬਦਲਣਾ ਚਾਹੁੰਦਾ ਆ, ਆਪਣੇ ਮਾਹੌਲ ਨੂੰ ਬਦਲਣਾ ਚਾਹੁੰਦਾ, ਆਪਣੇ ਹਾਲਾਤ ਨੂੰ ਬਦਲਣਾ ਚਾਹੁੰਦਾ, ਆਪਣੇ ਬਿਜ਼ਨਸ ਨੂੰ ਤੱਕ ਨੂੰ ਵੀ ਬਦਲ ਇੱਕ ਨਵਾਂ ਰੂਪ ਦੇਣਾ ਚਾਹੁੰਦਾ ਹੈ। ਹਾਲੇਲੂਇਆ। ਤੁਸੀਂ ਦੇਖਦੇ ਆ ਸਾਡੇ ਕੋਲ ਫੋਨ ਆ, ਫੋਨ ਵੀ ਹਰ ਸਾਲ ਕੀ ਹੁੰਦੇ ਰਹਿੰਦੇ ਆ? ਬਦਲਦੇ ਰਹਿੰਦੇ ਆ। ਇੱਕੋ ਫੋਨ ਤੋਂ ਕੀ ਹੁੰਦੇ ਲੋਕ ਉੱਭ ਜਾਂਦੇ ਆ ਨਾ, ਥੱਕ ਜਾਂਦੇ। ਉਹ ਚਾਹੁੰਦੇ ਨਵਾਂ ਮਾਡਲ, ਨਵਾਂ ਮਾਡਲ, ਨਵਾਂ ਮਾਡਲ। ਕੀਮਤ ਚਾਹੇ ਜ਼ਿਆਦਾ ਦੇ ਕੇ ਲੈਣਾ ਪਵੇ, ਨਵਾਂ ਮਾਡਲ। ਹਰ ਚੀਜ਼ 'ਚ ਆਪਾਂ ਦੇਖਦੇ ਹਾਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ। ਤਬਦੀਲੀ ਕੀ ਕਰਦੀ ਆ? ਖਿੱਚਦੀ ਹੈ। ਇੱਕ ਜਣੇ ਨੇ ਹੁਣ ਇੱਕ ਚੀਜ਼ ਲੈ ਲਈ ਆ, ਅਗਲੇ ਸਾਲ ਦੂਸਰੀ ਨਵੀਂ ਆ ਗਈ ਤੇ ਦੂਸਰੇ ਕੋਲ ਕੀ ਹੋ ਗਈ? ਉਹ ਪੁਰਾਣੀ ਹੋ ਗਈ। ਹਾਲੇਲੂਇਆ। ਤੇ ਉਹ ਕੀ ਚਾਹੁੰਦਾ ਆ? ਮੇਰੇ ਕੋਲ ਵੀ ਕੀ ਹੋ ਜਾਵੇ? ਨਵੀਂ ਹੋ ਜਾਵੇ। ਕੁਛ ਨਵਾਂਪਨ, ਕੁਛ ਨਵੀਆਂ ਗੱਲਾਂ, ਕੁਛ ਨਵਾਂ ਚਾਹੁੰਦਾ ਹੈ। ਸੋ ਜਿੱਦਾਂ ਇਨਸਾਨ ਕੁਛ ਨਵਾਂ ਚਾਹੁੰਦਾ, ਕੁਛ ਤਬਦੀਲੀ ਚਾਹੁੰਦਾ ਆ, ਤੇ ਪਰਮੇਸ਼ਰ ਵੀ ਚਾਹੁੰਦਾ ਨਾ। ਹਾਲੇਲੂਇਆ। ਅਸੀਂ ਇੱਕੋ ਤਰ੍ਹਾਂ ਦੇ ਭਜਨ ਗਾਉਂਦੇ ਰਹਿੰਦੇ, ਇੱਕੋ ਤਰ੍ਹਾਂ ਦਾ ਸੁਣਦੇ ਰਹਿੰਦੇ, ਇੱਕੋ ਤਰ੍ਹਾਂ ਦਾ ਸਾਰਾ ਸਿਸਟਮ ਭਗਤੀ ਦਾ ਰੱਖਿਆ ਪਿਆ। ਸਾਡੀ ਭਗਤੀ ਵਿੱਚ ਕੋਈ ਤਬਦੀਲੀ ਨਹੀਂ, ਸਾਡੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ, ਸਾਡੀ ਬੰਦਗੀ ਵਿੱਚ ਵੀ ਕੋਈ ਤਬਦੀਲੀ ਨਹੀਂ। ਪਰ ਪਰਮੇਸ਼ਰ ਚਾਹੁੰਦਾ ਆ ਕਿ ਕੁਛ ਬਦਲਾਹਟ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਵਚਨ ਦੱਸਦਾ ਹੈ ਸ਼ੁਰੂ ਤੋਂ ਪਰਮੇਸ਼ਰ ਆਪਣੇ ਨਬੀਆਂ ਦੇ ਨਾਂ ਰਾਹੀਂ ਕੀ ਕਰਦਾ ਰਿਹਾ? ਥੋੜਾ ਥੋੜਾ ਕਰਕੇ ਗੱਲਾਂ ਕਰਦਾ ਰਿਹਾ। ਪਰਮੇਸ਼ਰ ਕੀ ਕਰਦਾ ਰਿਹਾ? ਬਦਲਾਹਟ ਕਰਦਾ ਰਿਹਾ। ਇੱਕ ਨਬੀ ਆਇਆ, ਅੱਗੇ ਹੋਰ ਥੋੜਾ ਸੁਲਝਿਆ ਹੋਇਆ ਆ ਗਿਆ, ਉਹ ਤੋਂ ਹੋਰ ਸੁਲਝਿਆ ਹੋਇਆ ਆ ਗਿਆ, ਉਹ ਤੋਂ ਹੋਰ ਭਗਤੀ ਜ਼ਿਆਦਾ ਕਰਨ ਵਾਲਾ ਭਗਤ ਆ ਗਿਆ, ਉਹਦੇ ਥਰੂ ਉਹ ਗੱਲਾਂ। ਸੋ ਜਿੰਨੀ ਜ਼ਿਆਦਾ ਭਗਤੀ ਵਾਲਾ ਆ ਗਿਆ, ਉਨਾ ਜ਼ਿਆਦਾ ਜੋ ਗੱਲਾਂ ਦਾ ਪ੍ਰਕਾਸ਼ ਸੀਗਾ, ਜੋ ਭੇਦ ਸੀਗਾ, ਉਹਨਾਂ ਜ਼ਿਆਦਾ ਖੋਲ ਕੇ ਰੱਖ ਦਿੱਤਾ। ਸੋ ਬਾਣੀ ਦੱਸਦੀ ਆ ਬਦਲਦੇ ਕੀ ਹੋ ਗਿਆ? ਇੱਕ ਟਾਈਮ ਫਿਰ ਖੁਦਾ ਨੇ ਕੀ ਕੀਤਾ? ਆਪਣਾ ਸ਼ਬਦ ਜਿਹੜਾ ਆਪਣੇ ਭਗਤਾਂ ਦੇ ਵਿੱਚੋਂ ਦੀ ਬੋਲਦਾ ਸੀਗਾ, ਉਸ ਸ਼ਬਦ ਨੂੰ ਇੱਕ ਦਿਨ ਦੇਹ ਧਾਰੀ ਕਰ ਦਿੱਤਾ। ਹਾਲੇਲੂਇਆ। ਸੋ ਦੱਸੋ ਸਵਰਗ ਤੋਂ ਤਬਦੀਲੀ ਹੁੰਦੀ ਆ ਰਹੀ ਕਿ ਨਹੀਂ? ਹਾਲੇਲੂਇਆ। ਮਾਹੌਲ ਦੇ ਹਿਸਾਬ ਨਾਲ, ਸਦੀਆਂ ਦੇ ਹਿਸਾਬ ਨਾਲ, ਯੁੱਗਾਂ ਦੇ ਹਿਸਾਬ ਨਾਲ, ਜਨਰੇਸ਼ਨ ਦੇ ਹਿਸਾਬ ਦੇ ਨਾਲ ਉਹ ਖੁਦਾ ਕੀ ਕਰਦਾ ਰਿਹਾ? ਇੱਕ ਤਬਦੀਲੀ ਨੂੰ ਨਾਲ ਲਿਆਉਂਦਾ ਰਿਹਾ। ਹਾਲੇਲੂਇਆ। ਸੋ ਲਾਸਟ ਦੇ ਵਿੱਚ ਕੀ ਕੀਤਾ? ਉਹਨੇ ਆਪਣੇ ਸ਼ਬਦ ਨੂੰ ਕੀ ਕਰਤਾ? ਦੁਨੀਆ ਦੇ ਵਿੱਚ ਦੇਹ ਧਾਰੀ ਕਰਤਾ। ਜਿਹੜਾ ਸ਼ਬਦ ਉਹ ਸੰਤਾਂ ਦੇ ਵਿੱਚੋਂ ਦੀ ਬੋਲਦਾ ਸੀ, ਉਹ ਸ਼ਬਦ ਨੂੰ ਵੀ ਇੱਕ ਬੋਡੀ ਦੇ ਦਿੱਤੀ, ਇੱਕ ਸਰੀਰ ਦੇ ਦਿੱਤਾ, ਤਾਂ ਕਿ ਉਸ ਸ਼ਬਦ ਨੂੰ ਇਕੱਲਾ ਲੋਕ ਸੁਣ ਹੀ ਨਾ, ਉਹਨੂੰ ਦੇਖ ਵੀ ਸਕਣ। ਹਾਲੇਲੂਇਆ। ਉਹਨੂੰ ਮਹਿਸੂਸ ਕਰ ਸਕਣ, ਉਹਨੂੰ ਛੂਹ ਸਕਣ, ਔਰ ਉਸ ਸ਼ਬਦ ਦੀ ਮਹੱਤਤਾ ਨੂੰ ਦੇਖ ਸਕਣ, ਉਸ ਸ਼ਬਦ 'ਚੋਂ ਵਹਿੰਦੇ ਪ੍ਰੇਮ ਨੂੰ, ਮਾਫੀ ਨੂੰ ਕੀ ਕਰ ਸਕਣ? ਦੇਖ ਸਕਣ। ਹਾਲੇਲੂਇਆ। ਇਸ ਲਈ ਤਬਦੀਲੀ ਖੁਦਾ ਕਰਦਾ ਆ ਰਿਹਾ। ਸੋ ਯਿਸੂ ਮਸੀਹ ਨੂੰ ਦੇਹ ਧਾਰੀ ਕਰਕੇ ਵੀ ਖੁਦਾ ਰੁਕਿਆ ਨਹੀਂ। ਉਹ ਹੋਰ ਪਰਿਵਰਤਨ ਚਾਹੁੰਦਾ। ਹਾਲੇਲੂਇਆ। ਉਹ ਹੋਰ ਤਬਦੀਲੀ ਚਾਹੁੰਦਾ। ਉਹ ਹੁਣ ਚਾਹੁੰਦਾ ਆ ਕਿ ਇਹ ਜਿਹੜੀ ਵਿਵਸਥਾ ਸੀਗੀ, ਮੈਂ ਜਿਹਨੂੰ ਆਪਣੀ ਬਾਣੀ ਨੂੰ ਦੇਹ ਧਾਰੀ ਕੀਤਾ ਆ, ਔਰ ਇਹ ਬਾਣੀ ਹੁਣ ਜਿਹੜੀ ਦੇਹ ਧਾਰੀ ਹੋਈ ਆ, ਇਹ ਲੋਕਾਂ ਦੇ ਮਨਾਂ ਦੇ ਵਿੱਚ ਛਪ ਜਾਏ। ਕੀ ਹੋ ਜਾਵੇ? ਮਨਾਂ ਦੇ ਵਿੱਚ, ਦਿਲਾਂ ਦੇ ਪਰਦਿਆਂ ਦੇ ਉੱਤੇ ਕੀ ਹੋ ਜਾਏ? ਇਹ ਲਿਖ ਦਿੱਤੀ ਜਾਵੇ। ਸੋ ਜਿਹੜਾ ਵੀ ਆਪਣਾ ਦਿਲ, ਮਨ ਪਰਮਾਤਮਾ ਦੀ ਸੁਣਨ ਵੱਲ ਕਰਦਾ, ਪਰਮਾਤਮਾ ਆਪਣੀ ਬਾਣੀ ਨੂੰ ਉਹਦੇ ਦਿਲ ਦੇ ਪਰਦਿਆਂ ਤੇ ਕੀ ਕਰ ਦਿੰਦਾ? ਨਕਸ਼ ਕਰ ਦਿੰਦਾ, ਛਾਪ ਦਿੰਦਾ।
ਹਾਲੇਲੂਇਆ। ਕਿੰਨੇ ਸੁਭਾਗੇ ਵਾਲੀ ਗੱਲ ਆ ਨਾ। ਬਾਕੀ ਸਭ ਬਾਣੀਆਂ ਕੁਝ ਕਾਗਜ਼ਾਂ ਤੇ, ਕੁਝ ਕੱਪੜੇ ਤੇ, ਕੁਝ ਪੱਤਿਆਂ ਤੇ, ਕੁਝ ਪੱਥਰਾਂ ਤੇ ਆਈਆਂ। ਹਾਲੇਲੂਇਆ। ਇੱਕ ਬਾਣੀ ਹੁਣ ਕਿੱਥੇ ਖੁਦਾ ਨੇ ਕਰ ਦਿੱਤੀ ਹੈ? ਸਾਡੇ ਦਿਲਾਂ ਤੱਕ ਪਹੁੰਚ ਕਰ ਦਿੱਤੀ ਆ। ਹਾਲੇਲੂਇਆ। ਮਨਾਂ ਵਿੱਚ ਪਹੁੰਚ ਕਰਤੀ ਤਾਂ ਕਿ ਇਹਨੂੰ ਕੋਈ ਸਲਾਬਾ ਨਾ ਹੋਵੇ, ਇਹ ਸੁੱਕ ਨਾ ਜਾਵੇ, ਇਹ ਫਟ ਨਾ ਜਾਵੇ। ਹਾਲੇਲੂਇਆ। ਸੋ ਇਹਦੇ ਮਨ ਵਿੱਚ ਰਵੇ। ਹਾਲੇਲੂਇਆ, ਹਾਲੇਲੂਇਆ। ਔਰ ਮਨ ਤੋਂ ਵੀ ਖੁਦਾ ਅਜੇ ਉਹਦੇ ਤੇ ਵੀ ਖੁਦਾ ਟਿਕਿਆ ਨਹੀਂ। ਉਹਦੀ ਮਨਸ਼ਾ ਕੀ ਆ ਇਹਨਾਂ ਦਿਨਾਂ ਦੇ ਅੰਤ ਦੇ ਦਿਨਾਂ ਦੇ ਵਿੱਚ ਕਿ ਜਿਹੜਾ ਮਨ ਦੇ ਵਿੱਚ ਆ, ਇਹਦੀ ਥਾਂ ਤੇ ਹੁਣ ਇਹ ਮਨ 'ਚ ਨਹੀਂ ਰਹਿਣਾ ਚਾਹੀਦਾ। ਇਹ ਜੀਂਦਾ ਔਰ ਚੱਲਦਾ ਹੋਇਆ ਮੇਰਾ ਗ੍ਰੰਥ ਬਣਨਾ ਚਾਹੀਦਾ। ਚੱਲਦਾ ਹੋਇਆ ਇਹਨੂੰ ਦੇਖਣ ਤੇ ਲੋਕ ਮੈਨੂੰ ਪੜ੍ਹ ਲੈਣ। ਹਾਲੇਲੂਇਆ। ਇਸ ਇਨਸਾਨ ਨੂੰ ਦੇਖਣ ਤੇ ਰੱਬ ਦੀ ਰਜ਼ਾ ਨੂੰ ਕੀ ਕਰ ਲੈਣ? ਸਮਝ ਲੈਣ। ਹਾਲੇਲੂਇਆ। ਇਸ ਪ੍ਰਕਾਰ ਪਰਿਵਰਤਨ ਆ। ਔਰ ਬਾਣੀ ਦੱਸਦੀ ਜੇਕਰ ਪਰਿਵਰਤਨ ਕਿਤੇ ਹੋਣਾ ਆ, ਤਬਦੀਲੀ ਕਿਤੇ ਹੋਣੀ ਆ, ਤੇ ਤਬਦੀਲੀ ਅਗਰ ਕੋਈ ਸਾਡੇ ਜੀਵਨਾਂ ਵਿੱਚ ਕਰ ਸਕਦਾ, ਸਾਡੇ ਭਗਤੀਮय ਜੀਵਨ ਦੇ ਵਿੱਚ ਕਰ ਸਕਦਾ ਹੈ, ਤੇ ਉਹ ਕੱਲਾ ਔਰ ਕੱਲਾ ਇੱਕ ਹੀ ਨਾਮ ਦਿੱਤਾ ਗਿਆ ਆ ਜ਼ਮੀਨ ਦੇ ਉੱਤੇ ਔਰ ਆਸਮਾਨ ਦੇ ਥੱਲੇ। ਉਹ ਨਾਮ ਆ ਯਿਸੂ ਮਸੀਹ। ਹਾਲੇਲੂਇਆ। ਯਿਸੂ ਮਸੀਹ ਬਦਲ ਸਕਦਾ। ਔਰ ਬਾਈਬਲ 'ਚ ਆਪਾਂ ਅੱਜ ਥੋੜਾ ਜਿਹਾ ਕਿਸੇ ਨੂੰ ਸਮਝਾਂਗੇ ਕਿ ਇੱਕ ਇਨਸਾਨ ਨੂੰ ਜਿਹੜਾ ਪਤਰਸ ਨਾਮ ਦਾ ਪ੍ਰਭੂ ਦਾ ਚੇਲਾ ਹੋਇਆ, ਉਹਨੂੰ ਕਿਸ ਪ੍ਰਕਾਰ ਖੁਦਾ ਨੇ ਬਦਲ ਦਿੱਤਾ। ਪੜ੍ਹਦੇ ਹਾਂ ਵਚਨ ਦੇ ਵਿੱਚੋਂ। ਪਹਿਲੀ ਗੱਲ ਆਪਾਂ ਦੇਖ ਲੈਂਦੇ ਹਾਂ ਮੱਤੀ 4 ਅਧਿਆਏ ਉਹਦੀ 18 ਔਰ 19 ਆਇਤ। ਮੱਤੀ ਦੀ ਅੰਜੀਲ 4 ਅਧਿਆਏ ਉਹਦੀ 18 ਔਰ 19 ਆਇਤ। ਉੱਚੀ ਆਵਾਜ਼ ਦੇ ਨਾਲ पढ़ दो कोई जना। उसने गलील की झील के किनारे फिरते हुए दो भाइयों अर्थात शमौन ਜਦੋਂ ਯਿਸੂ ਮਸੀਹ ਦੇਹਧਾਰੀ ਹੋਏ ਸੀ ਧਰਤੀ ਦੇ ਉੱਤੇ, ਚੱਲ ਰਿਹਾ ਸੀ ਖੁਦਾ ਦੇਹਧਾਰੀ, ਵਚਨ ਦੇਹਧਾਰੀ, ਤੇ ਗਲੀਲ ਦੀ ਇੱਕ ਝੀਲ ਸੀਗੀ, ਗਲੀਲ ਸ਼ਹਿਰ ਦੀ ਇੱਕ ਝੀਲ, ਉਹਦੇ ਵਿੱਚੋਂ ਵਹਿੰਦੀ ਸੀ ਨਦੀ। ਉਹਦੇ ਕਿਨਾਰੇ ਚੱਲਦੇ ਹੋਏ किनारे फिरते हुए दो भाइयों हाँ। अर्थात शमौन को जो पतरस कहलाता है हाँ। और उसके भाई अंद्रयास को झील में जाल डालते देखा। ਇਹ ਦੋ ਭਰਾਵਾਂ ਨੂੰ ਕੀ ਕੀਤਾ? ਝੀਲ ਦੇ ਵਿੱਚ ਜਾਲ ਪਾਉਂਦੇ ਹੋਏ ਦੇਖਿਆ। ਝੀਲ ਦੇ ਵਿੱਚ ਜਾਲ ਪਾਉਣ ਦਾ ਉਹਨਾਂ ਦਾ ਮਕਸਦ ਕੀ ਸੀਗਾ? ਕਿ ਉਹਨਾਂ ਨੂੰ ਮਿਲ ਜਾਏ ਮੱਛੀਆਂ ਮਿਲ ਜਾਏ। ਹਾਲੇਲੂਇਆ। ਸੋ ਮੱਛੀਆਂ ਪਾਉਣ ਦੀ ਹਸਰਤ ਦੇ ਨਾਲ ਉਹ ਜਾਲ ਪਾ ਰਹੇ ਸੀ ਝੀਲ ਦੇ ਵਿੱਚ। ਹਾਂ, क्योंकि वे मछुए थे। ਹਾਂ ਮਛੁਆਰੇ ਸੀਗੇ, ਉਹ ਮੱਛੀਆਂ ਫੜਨ ਵਾਲੇ ਸੀਗੇ। और उनसे कहा मेरे पीछे चले आओ हाँ। तो मैं तुमको मनुष्यों के पकड़ने वाले बनाऊंगा। ਮੇਰੇ ਪਿੱਛੇ ਆ ਜਾਓ ਤਾਂ ਮੈਂ ਤੁਹਾਨੂੰ ਕਿਹਨਾਂ ਨੂੰ ਫੜਨ ਵਾਲੇ ਬਣਾਉਂਗਾ? ਹਾਲੇਲੂਇਆ, ਹਾਲੇਲੂਇਆ। ਮਨੁੱਖਾਂ ਨੂੰ ਫੜਨ ਵਾਲੇ। ਸਮਝਦੇ? ਜੇ ਮੇਰੇ ਪਿੱਛੇ ਆਪੇ ਤੇ ਤੁਹਾਨੂੰ ਫਿਰ ਮੱਛੀਆਂ ਫੜਨ ਦੀ ਲੋੜ ਨਹੀਂ। ਤੁਸੀਂ ਕਿਹੜੇ ਫੜਨ ਵਾਲੇ ਬਣਾ ਦੋਗੇ? ਮਨੁੱਖਾਂ ਨੂੰ। ਇਹ ਮਨੁੱਖ ਫੜਿਆ ਜਾਂਦਾ? ਫੜਿਆ ਨਹੀਂ ਜਾਂਦਾ। ਇੰਨਾ ਘਮੰਡੀ, ਹਾਲੇਲੂਇਆ, ਇੰਨਾ ਜਾਤਾਂ ਪਾਤਾਂ ਦੇ ਵਿੱਚ ਫਸਿਆ ਪਿਆ ਔਰ ਇੰਨਾ ਹੰਕਾਰ ਨਾਲ ਭਰਿਆ ਪਿਆ। ਔਰ ਇਹ ਫਸਣ ਵਾਲਾ ਨਹੀਂ ਜਲਦੀ ਕੀਤਾ। ਹਾਲੇਲੂਇਆ। ਪਰ ਪ੍ਰਭੂ ਕੀ ਕਹਿੰਦਾ ਹੈ? ਤੁਸੀਂ ਤੁਹਾਨੂੰ ਮੈਂ ਕਿਹੜੇ ਬਣਾ ਦੂੰਗਾ? ਮਨੁੱਖਾਂ ਨੂੰ ਫੜਨ ਵਾਲੇ ਬਣਾ ਦਵਾਂਗਾ। ਹਾਲੇਲੂਇਆ, ਹਾਲੇਲੂਇਆ। ਸੋ ਮਨੁੱਖਾਂ ਨੂੰ ਫੜਨ ਵਾਲਿਆਂ ਦੇ ਜਦੋਂ ਬਣਾਉਣ ਦੀ ਗੱਲ ਯਿਸੂ ਮਸੀਹ ਪਤਰਸ ਦੇ ਨਾਲ ਕਰ ਰਿਹਾ ਹੈ, ਤੇ ਪਤਰਸ ਦੇ ਨਾਲ ਜਦੋਂ ਇਹ ਗੱਲ ਹੋਈ ਆ ਕਿ ਉਹਨੂੰ ਬਦਲਣਾ ਆ, ਤੇ ਕੀ ਘਟਨਾ ਵਾਪਰੀ ਆ ਆਪਾਂ ਪੜ੍ਹਦੇ ਹਾਂ। ਯਹੋਨਾ ਦੀ ਅੰਜੀਲ ਪਹਿਲਾ ਅਧਿਆਏ ਉਹਦੀ 41 ਔਰ 42 ਐਤ। ਬਦਲਿਆ ਕਿੱਦਾਂ ਇਹ ਪਤਰਸ? ਜਿਹਨੂੰ ਕਿਹਾ ਤੈਨੂੰ ਮੈਂ ਕੀ ਬਣਾਉਂਗਾ? ਮਨੁੱਖਾਂ ਦੇ ਫੜਨ ਵਾਲਾ। ਇਹਦਾ ਮਤਲਬ ਜੇ ਉਹ ਮਨੁੱਖਾਂ ਦੇ ਫੜਨ ਵਾਲਾ ਬਣ ਜਾਂਦਾ ਹੈ ਤੇ ਸਮਝ ਲਓ ਬਦਲ ਹੀ ਗਿਆ। ਪਹਿਲਾਂ ਕੀ ਫੜਦਾ? ਮੱਛੀਆਂ। ਹਾਲੇਲੂਇਆ। ਸੋ ਅਸੀਂ ਵੀ ਕੁਝ ਫੜਿਆ ਪਿਆ ਆ ਜਿੱਥੋਂ ਛੁਡਾ ਕੇ ਤੁਹਾਨੂੰ ਕੁਝ ਹੋਰ ਖੁਦਾ ਫੜਾ ਦੇਣਾ ਚਾਹੁੰਦਾ ਆ, ਬਦਲ ਦੇਣਾ ਚਾਹੁੰਦਾ ਆ। ਹਾਂ। उसने पहले अपने सगे भाई शमौन से मिलकर उससे कहा हाँ। कि हमको क्रिस्तुस अर्थात मसीह मिल गया। ਹਾਂ, ਜਿਹੜਾ ਅੰਦਰਿਆਸ ਸੀਗਾ ਪਤਰਸ ਦਾ ਭਰਾ, ਉਹਨੇ ਪਤਰਸ ਨੂੰ ਮਿਲ ਕੇ ਕਿਹਾ ਕਿ ਸਾਨੂੰ ਮਸੀਹ ਕੀ ਹੋ ਗਿਆ ਹੈ? ਭਲਾ ਮਿਲ ਗਿਆ। ਹਾਲੇਲੂਇਆ। ਜਿਸ ਛੁਟਕਾਰਾ ਦੇਣ ਵਾਲੇ ਦੀ ਉਮੀਦ ਸੰਸਾਰ ਕਰ ਰਿਹਾ ਆ, ਸਾਨੂੰ ਕੀ ਹੋ ਗਿਆ? ਉਹ ਮਿਲ ਗਿਆ।
ਹਾਲੇਲੂਇਆ। ਬਹੁਤਿਆਂ ਨੂੰ ਉਹ ਮਿਲਿਆ ਨਹੀਂ। ਕਿੰਨੀਆਂ ਰਿੱਧੀਆਂ ਨਿਧੀਆਂ ਸਿੱਧੀਆਂ ਕਰਦੇ, ਜਪ ਤਪ ਕਰਦੇ, ਕਿੰਨੇ ਮੰਦਰ ਮਸਜਿਦ ਗੁਰਦੁਆਰੇ ਚਰਚਾਂ ਦੇ ਵਿੱਚ ਬੈਠੇ ਆ, ਆਰਾਧਨਾ ਕਰਦੇ ਆ, ਪਰ ਹਜੇ ਤੱਕ ਮਿਲਿਆ ਨਹੀਂ। ਹਾਲੇਲੂਇਆ। ਕਿਉਂ ਨਹੀਂ ਮਿਲਿਆ? ਕਿਉਂਕਿ ਜਿਸ ਪ੍ਰਕਾਰ ਚਾਹੀਦਾ ਆ ਉਹਨੂੰ ਢੂੰਡਣਾ ਉਸ ਪ੍ਰਕਾਰ ਢੂੰਡਿਆ ਜਾ ਰਿਹਾ ਨਹੀਂ। ਆਪਣੀ ਹੀ ਯੁਕਤੀ ਦੇ ਨਾਲ, ਆਪਣੀ ਬੁੱਧੀ ਦੇ ਨਾਲ, ਆਪਣੀ ਭਗਤੀ ਦੇ ਨਾਲ ਇਨਸਾਨ ਉਹਨੂੰ ਲੱਭਣਾ ਚਾਹੁੰਦਾ ਹੈ। ਪਰ ਬਾਣੀ ਦੱਸਦੀ ਆ ਆਪਣੀ ਬੁੱਧੀ ਦੇ ਨਾਲ, ਜਿਹੜੀ ਸਾਡੀ ਮੈਲੀ ਬੁੱਧੀ ਆ, ਇਹਦੇ ਨਾਲ ਅਸੀਂ ਪਵਿੱਤਰ ਪ੍ਰਮਾਤਮਾ ਨੂੰ ਲੱਭ ਸਕਦੇ ਨਹੀਂ। ਹਾਲੇਲੂਇਆ। ਕਿਉਂ ਸਾਡੀ ਬੁੱਧੀ ਮੈਲੀ ਹੋ ਗਈ? ਕਿਉਂਕਿ ਪਰਮੇਸ਼ਰ ਨੇ ਪਹਿਲਾਂ ਹੀ ਜਿਹੜਾ ਇਨਸਾਨ ਧਰਤੀ ਤੇ ਬਣਾਇਆ ਸੀ, ਉਹਦੇ ਕੋਲੋਂ ਹੀ ਪਾਪ ਹੋ ਗਿਆ। ਉਹਦੇ ਕੋਲੋਂ ਪਾਪ ਹੋ ਗਿਆ, ਰੱਬ ਦੇ ਹੁਕਮ ਦੀ ਉਲੰਘਣਾ ਹੋ ਗਈ ਤੇ ਉਹਦੇ ਵਿੱਚ ਪਾਪ ਚਲਾ ਗਿਆ। ਉਹਦੇ ਸਰੀਰ, ਪ੍ਰਾਣ ਤੇ ਆਤਮਾ ਨੂੰ ਕੀ ਲੱਗ ਗਿਆ? ਪਾਪ ਲੱਗ ਗਿਆ। ਇਹ ਪਾਪ ਲੱਗਿਆ ਹੋਇਆ ਇਨਸਾਨ ਆਪਣੇ ਹੱਥੀਂ ਮੂਰਤਾਂ ਬਣਾਉਂਦਾ, ਮੰਦਰ ਮਸਜਿਦ ਗੁਰਦੁਆਰੇ ਬਣਾਉਂਦਾ, ਧਾਰਮਿਕ ਸਥਾਨ ਬਣਾਉਂਦਾ ਆ। ਜਿਹੜਾ ਖੁਦ ਹੀ ਪਾਪੀ ਆ, ਪਾਪੀ ਦੇ ਹੱਥ 'ਚ ਆਈ ਹੋਈ ਹਰ ਸ਼ੈ ਜਿਹਦੇ ਨਾਲ ਉਹ ਧਾਰਮਿਕ ਸਥਾਨ ਬਣਾਉਂਦਾ ਆ, ਉਹ ਧਾਰਮਿਕ ਸਥਾਨ ਕਿੰਨਾ ਪਵਿੱਤਰ ਹੋ ਸਕਦਾ? ਹਾਲੇਲੂਇਆ। ਕਿਉਂਕਿ ਬਣਾਉਣ ਵਾਲਾ ਹੀ ਕੀ ਆ? ਮੈਲਾ ਆ। ਮੈਲਾ ਕਿੱਦਾਂ ਪਵਿੱਤਰ ਨੂੰ ਬਣਾਵੇ? ਪਹਿਲੀ ਗੱਲ ਤੇ ਉਹਦਾ ਬਣਾਇਆ ਹੋਇਆ ਤਾਂ ਧਾਰਮਿਕ ਸਥਾਨ ਪਵਿੱਤਰ ਨਹੀਂ ਹੋ ਸਕਦਾ, ਤੇ ਉਸ ਜਿਹੜਾ ਧਾਰਮਿਕ ਸਥਾਨ ਹੀ ਪਵਿੱਤਰ ਨਹੀਂ ਹੋਇਆ, ਉਹਦੇ ਵਿੱਚ ਪ੍ਰਮਾਤਮਾ ਦਾ ਵਾਸ ਕਿੱਥੋਂ ਹੋ ਸਕਦਾ? ਇਸ ਲਈ ਵਚਨ 'ਚ ਲਿਖਿਆ, ਪ੍ਰਮਾਤਮਾ ਹੱਥਾਂ ਦੇ ਬਣਾਇਆ ਹੋਇਆ ਮੰਦਿਰਾਂ ਮਸਜਿਦਾਂ ਵਿੱਚ ਵਸਦਾ ਨਹੀਂ। ਹਾਲੇਲੂਇਆ। ਉਹ ਤਾਂ ਵਸਣਾ ਚਾਹੁੰਦਾ ਆ ਆਪਣੇ ਹੱਥ ਦੇ ਬਣਾਏ ਹੋਏ ਇਸ ਇਨਸਾਨ ਦੇ ਵਿੱਚ, ਆਪਣੇ ਪਵਿੱਤਰ ਹੱਥ ਨਾਲ ਬਣਾਏ ਹੋਏ ਇਸ ਪਵਿੱਤਰ ਇਨਸਾਨ ਦੇ ਵਿੱਚ ਉਹ ਵਸਣਾ ਚਾਹੁੰਦਾ। ਲੇਕਿਨ ਅੱਜ ਇਹ ਇਨਸਾਨ ਪਵਿੱਤਰ ਰਿਹਾ ਨਹੀਂ। ਹਾਲੇਲੂਇਆ। ਹਾਲੇਲੂਇਆ। ਇਸ ਲਈ ਅਸੀਂ ਦੇਖਦੇ ਹਾਂ ਕਿ ਉਹ ਜਦੋਂ ਕਹਿੰਦਾ ਕਿ ਸਾਨੂੰ ਮਸੀਹ ਮਿਲ ਗਿਆ, ਅੱਗੇ ਕੀ ਗੱਲ ਹੋਈ? उसने पहले अपने सगे भाई शमौन से मिलकर उससे कहा कि हमको क्रिस्तुस अर्थात मसीह मिल गया। हाँ जी। वह उसे यीशु के पास लाया। यीशु ने उस पर दृष्टि करके कहा, जेड़ा मसीह मिल गया क्या ना उन्हें, कि जिन्हों क्या मसीह मिल गया, वो असल च है कौन सी? किहदे कोल लेके आया? यीशु को। लिखा है ना शब्द, मसीह भी लिखे आया और यीशु भी लिखे आया। मसीह मिल गया कह के लैके किहदे को आ गया? यीशु को। मसीह ਤਾਂ ਬਹੁਤ ਕਹਾਉਂਦੇ ਆ। ਇੰਦਰਾ ਗਾਂਧੀ ਨੂੰ ਗਰੀਬਾਂ ਦਾ ਕੀ ਕਿਹਾ ਗਿਆ ਸੀਗਾ? ਮਸੀਹਾ। ਬੜੇ ਲੋਕ ਆ ਜਿਹੜੇ ਦੂਸਰੇ ਦੀ ਮਦਦ ਕਰਦੇ ਜਾਂ ਦੂਸਰੇ ਨੂੰ ਕਿਸੇ ਗੁਲਾਮੀ ਤੋਂ ਛੁਡਾ ਦਿੰਦੇ, ਉਹਦਾ ਨਾਮ ਕੀ ਪੈ ਜਾਂਦਾ ਹੈ ਬਈ? ਇਹ ਫਲਾਣੇ ਦਾ ਮਸੀਹਾ, ਫਲਾਣੇ ਦਾ ਮਸੀਹਾ। ਹਾਲੇਲੂਇਆ। ਦੁਨੀਆ 'ਚ ਇਨਸਾਨ ਕਿਸੇ ਨੂੰ ਪਾਪ ਚੋਂ ਕਿਸੇ ਨੂੰ ਕਿਸੇ ਗੁਲਾਮੀ ਤੋਂ ਛੁਡਾ ਸਕਦਾ ਆ, ਕਿਸੇ ਦੁਨੀਆ ਦੀ ਹੋਰ ਪਰੇਸ਼ਾਨੀ ਤੋਂ ਛੁਡਾ ਸਕਦਾ ਆ, ਲੇਕਿਨ ਕੋਈ ਇਨਸਾਨ ਕਿਸੇ ਨੂੰ ਪਾਪ ਦੇ ਵਿੱਚੋਂ ਛੁਡਾ, ਕਿਉਂਕਿ ਆਪ ਹੀ ਉਹ ਪਾਪ ਦੇ ਵਿੱਚ ਆ, ਚਾਹੇ ਕਿੱਡਾ ਵੱਡਾ ਨਬੀ ਗੁਰੂ ਕਿਉਂ ਨਾ ਹੋਵੇ ਧਰਤੀ ਤੇ, ਕਿਉਂਕਿ ਪੈਦਾ ਕਾਹਦੇ 'ਚ ਹੋਇਆ? ਪਾਪ 'ਚ ਹੋਇਆ। ਹਾਲੇਲੂਇਆ। ਸੋ ਜਿਹੜਾ ਖੁਦ ਪਾਪ 'ਚ ਪੈਦਾ ਹੋਇਆ, ਉਹ ਦੂਸਰੇ ਨੂੰ ਪਾਪ 'ਚੋਂ ਕੱਢ ਸਕਦਾ ਨਹੀਂ। ਇੱਥੇ ਜਦੋਂ ਉਹਨੇ ਕਿਹਾ ਸਾਨੂੰ ਮਸੀਹ ਮਿਲ ਗਿਆ, ਤੇ ਮਸੀਹ ਮਿਲਣ ਤੋਂ ਬਾਅਦ ਉਹਨੂੰ ਕਿਹਦੇ ਕੋਲ ਲੈ ਕੇ ਗਿਆ? ਯਿਸੂ। ਤੇ ਵਚਨ 'ਚ ਲਿਖਿਆ ਯਿਸੂ ਹੀ ਆ ਜਿਹੜਾ ਮਸੀਹ ਹੈ। ਹਾਲੇਲੂਇਆ। ਹਾਲੇਲੂਇਆ। ਯਿਸੂ ਹੀ ਆ ਜਿਹੜਾ ਪ੍ਰਭੂ ਆ। ਹਾਲੇਲੂਇਆ। ਸੋ ਯਿਸੂ को ले, उस पर दृष्टि करके कहा। हाँ, यीशु मसीह दे कोल जदों ले ते यीशु मसीह ने ਉਹਦੇ ਤੇ ਕੀ ਕੀਤੀ? ਭਲਾ ਦ੍ਰਿਸ਼ਟੀ ਕੀਤੀ ਤੇ ਕਿਹਾ कि तू यूहन्ना का पुत्र शमौन है। हाँ, तू कैफा अर्थात पतरस कहलाएगा। हाँ। ਜਿੱਦਾਂ ਹੀ ਦ੍ਰਿਸ਼ਟੀ ਕੀਤੀ ਨਾਲ ਉਹਦਾ ਭਵਿੱਖ ਵੀ ਕੀ ਕਰਤਾ? ਦੱਸਤਾ। ਵਰਤਮਾਨ ਵੀ ਦੱਸਤਾ, ਭੂਤਕਾਲ ਵੀ ਦੱਸਤਾ ਤੇ ਭਵਿੱਖ ਵੀ ਦੱਸ ਦਿੱਤਾ। ਤਿੰਨੇ ਚੀਜ਼ਾਂ ਦੱਸਤੀਆਂ। ਹਾਲੇਲੂਇਆ। 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 ਸੋ ਆਪਾਂ ਇੱਥੇ ਸੁਣਦੇ ਹੁੰਦੇ ਇੱਕ ਚੁਟਕਲਾ ਜਿਹਾ, ਕੋਈ ਹੱਥ ਦੇਖਣ ਵਾਲਾ ਸੀਗਾ ਤੇ ਉਹ ਹੱਥ ਦੇਖਣ ਦੇ ਲਈ ਉਹਨੇ ਕਿਹਾ ਵੀ ਮੈਂ ਹੱਥ ਦੇਖਦਾ ਤੇ ਮੈਂ ਭਵਿੱਖ ਦੱਸ ਦਿੰਦਾ। ਤੇ ਉਹਨੇ ਕਿਹਾ ਦੇਖ ਲਓ ਜੀ। ਤੇ ਕਹਿੰਦਾ ਵੀ ਤੇਰੇ ਨਾਲ ਇਦਾਂ ਹੋਣ ਵਾਲਾ, ਇਦਾਂ ਹੋਣ ਵਾਲਾ, ਆਹ ਹੋਣ ਵਾਲਾ, ਆਹ ਹੋਣ ਵਾਲਾ ਆ। ਤੇ ਸਾਰਾ ਕੁਝ ਦੱਸ ਕੇ ਤੇ ਉਹਨੇ ਉਹਦਾ ਹੱਥ ਛੱਡਿਆ ਤੇ ਕਹਿੰਦਾ ਜੀ ਫੀਸ ਦੇ ਦਿਓ, ਸਾਡੀ 5 ਰੁਪਏ ਫੀਸ ਆ। ਤੇ ਕਹਿੰਦਾ ਮੈਂ ਤਾਂ ਦੇਣੀ ਨਹੀਂ, ਤੈਨੂੰ ਇਹਦੇ ਬਾਰੇ ਨਹੀਂ ਪਤਾ? ਹਾਲੇਲੂਇਆ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਆ
ਅੱਜ ਜਿਹੜੇ ਭਵਿੱਖ ਦੱਸਦੇ ਆ ਅਸਲ ਦੇ ਵਿੱਚ ਉਹ ਸਾਰਾ ਕੀ ਆ, ਝੂਠ ਆ। ਉਹ ਕੁਝ ਤਾਕਤਾਂ ਆ ਜਿਹੜੀਆਂ ਸ਼ੈਤਾਨੀ ਤਾਕਤਾਂ ਆ, ਉਹਨਾਂ ਤੇ ਪਹਿਰਾ ਕਰ ਦਿੰਦੀਆਂ ਤੇ ਕੁਝ ਗੱਲਾਂ ਉਹਨਾਂ ਨੂੰ ਕੀ ਕਰਦੀਆਂ, ਉਹਨਾਂ ਤੇ ਪ੍ਰਕਾਸ਼ਿਤ ਕਰ ਦਿੰਦੀਆਂ। ਹਾਲੇਲੂਇਆ, ਹਾਲੇਲੂਇਆ। ਸੋ ਉਹਨਾਂ ਦੇ ਦੁਆਰਾ ਕੋਈ ਭਲਾਈ ਹੋ ਸਕਦੀ ਨਹੀਂ। ਜੇ ਉਹਨਾਂ ਦੇ ਦੁਆਰਾ ਭਲਾਈ ਹੋ ਸਕਦੀ ਤਾਂ ਉਹਨਾਂ ਦੇ ਘਰਾਂ 'ਚ ਤਾਂ ਆਪ ਵੱਡੇ ਫਸਾਦ ਪਏ ਹੁੰਦੇ। ਕਈਆਂ ਨੂੰ ਅਸੀਂ ਇੱਦਾਂ ਦਿਆਂ ਨੂੰ ਜਾਣਦੇ ਜਿਹੜੇ ਹੱਥ ਦੇਖਦੇ ਆ, ਉਹ ਕਹਿੰਦੇ ਮੇਰੇ ਘਰ ਵਾਲੀ ਮੇਰੇ ਵੱਸ ਵਿੱਚ ਨਹੀਂ, ਮੇਰੇ ਨਿਆਣੇ ਮੇਰੇ ਵਿਰੋਧ ਕਰਦੇ ਆ, ਮੈਨੂੰ ਗਾਲਾਂ ਕੱਢਦੇ, ਫਲਾਨਾ ਕਰਦੇ ਆ। ਹਾਲੇਲੂਇਆ। ਤੋ ਜੇ ਤੇਰੇ ਕੋਲ ਐਸੀ ਤਾਕਤ ਹੈ ਦੂਸਰਿਆਂ ਦਾ ਭਲਾ ਕਰਨ ਲਈ, ਤੇ ਤੇਰਾ ਆਪਣਾ ਵੀ ਕੀ ਹੋਣਾ ਚਾਹੀਦਾ ਹੈ, ਕੁਛ ਨਜ਼ਰ ਆਉਣਾ ਚਾਹੀਦਾ ਆ। ਹਾਲੇਲੂਇਆ। ਸੋ ਇੱਥੇ ਆਪਾਂ ਦੇਖਦੇ ਹਾਂ ਪਹਿਲੀ ਗੱਲ ਜਿਹੜੀ ਪਤਰਸ ਨੂੰ ਬਦਲਣ ਵਾਲੀ ਸੀ, ਪਤਰਸ ਕਿੱਦਾਂ ਬਦਲ ਗਿਆ। ਕਿਉਂਕਿ ਇਹ ਬਦਲਣਾ ਅਸੀਂ ਅੱਜ ਸਿੱਖਣਾ ਆ ਕਿ ਅਸੀਂ ਕਿੱਦਾਂ ਬਦਲ ਸਕਦੇ ਹਾਂ। ਪਤਰਸ ਕਿੱਦਾਂ ਬਦਲ ਗਿਆ, ਇਸ ਲਈ ਬਦਲ ਗਿਆ ਕਿਉਂਕਿ ਪ੍ਰਭੂ ਯਿਸੂ ਮਸੀਹ ਦੀ ਦ੍ਰਿਸ਼ਟੀ ਉਹਦੇ ਤੇ ਕੀ ਹੋ ਗਈ, ਪੈ ਗਈ। ਹਾਲੇਲੂਇਆ। ਸੋ ਜਿਹੜਾ ਬਦਲਣਾ ਚਾਹੁੰਦਾ ਆ ਉਹਨੂੰ, ਉਹਦੇ ਲਈ ਸਭ ਤੋਂ ਪਹਿਲਾਂ ਕੀ ਆ, ਉਹਦੇ ਤੇ ਦ੍ਰਿਸ਼ਟੀ ਕਿਹਦੀ ਹੋਣੀ ਆ, ਕਿਹਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਨਾ ਉਹਨੇ, ਯਿਸੂ ਮਸੀਹ ਦੀ। ਅਗਰ ਯਿਸੂ ਮਸੀਹ ਦੇ ਸਾਹਮਣੇ ਉਹ ਆਪਣੇ ਆਪ ਨੂੰ ਪੇਸ਼ ਕਰ ਦੇਵੇ ਤੇ ਕੀ ਹੋ ਸਕਦਾ ਆ, ਉਹ ਬਦਲ ਸਕਦਾ। ਹਾਲੇਲੂਇਆ। ਇਸੇ ਲਈ ਅਸੀਂ ਭਜਨ ਗਾਉਂਦੇ ਹੁੰਦੇ, ਜਬ ਸੇ ਪਿਆਰਾ ਯਿਸੂ ਆਇਆ ਮੇਰਾ ਜੀਵਨ ਬਦਲ ਗਿਆ। ਹਾਲੇਲੂਇਆ। ਮੇਰਾ ਜੀਵਨ ਕੀ ਹੋ ਗਿਆ, ਬਦਲ ਗਿਆ। ਸੋ ਅੱਜ ਜੀਵਨ ਹੀ ਬਦਲਦਾ। ਪਰ ਇਹ ਬਦਲ ਸਕਦਾ ਆ, ਦ੍ਰਿਸ਼ਟੀ ਕਿਹਦੀ ਪਵਾਉਣੀ ਪੈਣੀ ਆ, ਯਿਸੂ ਮਸੀਹ ਦੀ। ਹਾਲੇਲੂਇਆ, ਹਾਲੇਲੂਇਆ। ਸੋ ਦ੍ਰਿਸ਼ਟੀ ਉਹਦੇ ਤੇ ਪੈ ਗਈ ਤੇ ਉਹ ਕੀ ਹੋ ਗਿਆ, ਬਦਲ ਗਿਆ। ਦੂਸਰਾ ਵਚਨ ਆਪਾਂ ਪੜ੍ਹਦੇ ਹਾਂ ਲੂਕਾ ਦੀ ਇੰਜੀਲ 5:5। ਸੋ ਅਸੀਂ ਦੇਖਦੇ ਹਾਂ ਜਦੋਂ ਯਿਸੂ ਮਸੀਹ ਨੇ ਦ੍ਰਿਸ਼ਟੀ ਕੀਤੀ ਉਹਦਾ ਜੀਵਨ ਬਦਲ ਗਿਆ। ਕਿੱਦਾਂ ਬਦਲ ਗਿਆ? ਦੁਨੀਆ ਦੇ ਵਿੱਚ ਜਿਹਦੀ ਵੀ ਆਪਣੇ ਤੇ ਦ੍ਰਿਸ਼ਟੀ ਪੈਂਦੀ ਨਾ, ਨਜ਼ਰ ਪੈਂਦੀ ਆ, ਤੇ ਉਹ ਸਾਡੇ ਕੀ ਕਰਦੇ ਰਹਿੰਦੇ ਆ, ਪਾਪ ਸਾਡੇ ਸਾਹਮਣੇ ਲਿਆਉਂਦੇ ਰਹਿੰਦੇ, ਸਾਡੀਆਂ ਗਲਤੀਆਂ ਸਾਡੇ ਸਾਹਮਣੇ ਲਿਆਉਂਦੇ ਰਹਿੰਦੇ ਆ। ਦੁਨੀਆ ਵਿੱਚ ਤੇ ਪਰਮੇਸ਼ਵਰ ਦੇ ਵਿੱਚ ਕੀ ਫਰਕ ਆ? ਦੁਨੀਆ ਦੀ ਨਜ਼ਰ ਵਿੱਚ ਤੇ ਪਰਮੇਸ਼ਵਰ ਦੀ ਨਜ਼ਰ ਵਿੱਚ ਕੀ ਫਰਕ ਆ? ਦੂਸਰੇ ਸਾਨੂੰ ਬੁਰੀ ਨਜ਼ਰ ਦੇ ਨਾਲ ਹੀ ਦੇਖਦੇ ਆ, ਸਾਡਾ ਬੁਰਾ ਹੀ ਚਾਹੁੰਦੇ ਆ, ਸਾਡੀ ਬੁਰਾਈ ਨੂੰ ਪ੍ਰਗਟ ਕਰਨਾ ਚਾਹੁੰਦੇ ਆ। ਪਰ ਯਿਸੂ ਮਸੀਹ ਜਦੋਂ ਦ੍ਰਿਸ਼ਟੀ ਕਰਦਾ ਨਾ, ਤੇ ਉਹ ਕੀ ਕਰਦਾ ਆ, ਸਾਡੇ ਪਾਪ ਨੂੰ ਕੀ ਕਰ ਦਿੰਦਾ ਆ, ਮਾਫ ਹੀ ਕਰ ਦਿੰਦਾ। ਸਾਡੇ ਪਾਪ ਨੂੰ ਉਛਾਲਦਾ ਨਹੀਂ, ਕੀ ਕਰ ਦਿੰਦਾ ਆ, ਮਾਫ। ਦੁਨੀਆ ਦੀ ਰੀਤ ਕੀ ਹੈ, ਸਾਡੇ ਪਾਪਾਂ ਨੂੰ ਉਛਾਲਦੀ ਹੈ। ਤੁਸੀਂ ਦੇਖੋ ਅਖਬਾਰਾਂ ਕਿੱਦਾਂ ਭਰੀਆਂ ਹੁੰਦੀਆਂ, ਸਾਡੇ ਗੁਨਾਹਾਂ ਨੂੰ ਸਾਬਤ ਕਰਦੀਆਂ। ਫਲਾਣੇ ਦੀ ਕੁੜੀ ਨਿਕਲ ਗਈ, ਫਲਾਣੇ ਦਾ ਉਹ ਹੋ ਗਿਆ, ਫਲਾਣੇ ਨੂੰ ਇਦਾਂ ਹੋ ਗਿਆ। ਸੋ ਇਹ ਦੁਨੀਆ ਕੀ ਕਰਦੀ ਹੈ, ਉਛਾਲਦੀ ਆ ਪਾਪਾਂ ਨੂੰ। ਪਰ ਖੁਦਾ ਕੀ ਕਰਦਾ ਆ, ਢੱਕ ਹੀ ਦਿੰਦਾ। ਹਾਲੇਲੂਇਆ, ਹਾਲੇਲੂਇਆ। ਸੋ ਜਦੋਂ ਢੱਕਿਆ ਜਾਂਦਾ, ਤੇ ਜਿਹਦਾ ਢੱਕ ਹੋ ਜਾਂਦਾ ਨਾ, ਉਹ ਢੱਕਣ ਵਾਲੇ ਦਾ ਕੀ ਹੋ ਜਾਂਦਾ, ਅਨੁਆਈ ਹੋ ਜਾਂਦਾ ਹੈ। ਹਾਲੇਲੂਇਆ। ਢੱਕਣ ਵਾਲੇ ਦੇ ਕੀ ਹੋ ਜਾਂਦਾ, ਅਧੀਨ ਹੋ ਜਾਂਦਾ। ਇਹ ਉਛਾਲ ਸਕਦਾ ਸੀ, ਬਾਕੀ ਜਿੰਨਿਆਂ ਨੇ ਵੀ ਉਛਾਲਿਆ ਮੇਰੇ ਪਾਪ ਨੂੰ, ਐਡੀਏ ਨਾਲ ਉਛਾਲਿਆ। ਉਹਨਾਂ ਨੂੰ ਸਹੀ ਤਰੀਕੇ ਨਾਲ ਮੇਰੇ ਪਾਪ ਦਾ ਪਤਾ ਨਹੀਂ ਸੀ, ਪਰ ਇਹ ਜਾਣਿਆ ਮੇਰੇ ਦਿਲਾਂ ਤੇ ਗੁਰਦਿਆਂ ਨੂੰ। ਇਹ ਉਛਾਲ ਸਕਦਾ ਸੀ, ਪਰ ਇਹਨੇ ਉਛਾਲਿਆ ਨਹੀਂ। ਇਹਨੇ ਉਲਟਾ ਕੀ ਕਰਤਾ, ਢੱਕ ਕੇ ਦਿੱਤਾ ਆ। ਸੋ ਜੇ ਇਹਨੇ ਢੱਕਿਆ, ਇਸ ਜਾਣ ਨੇ ਢੱਕਿਆ ਨਾ, ਤੇ ਹੁਣ ਮੈਂ ਇਹਦੇ ਤੋਂ ਇਲਾਵਾ ਹੋਰ ਕਿਸੇ ਕੋ ਜਾਣਾ ਵੀ ਨਹੀਂ ਜਾਣਾ। ਹਾਲੇਲੂਇਆ। ਬਦਲ ਗਿਆ ਨਾ। ਹਾਲੇਲੂਇਆ, ਹਾਲੇਲੂਇਆ। ਇਸ ਲਈ ਇਨਸਾਨ ਕਿਸੇ ਇਨਸਾਨ ਨੂੰ ਬਦਲ ਸਕਦਾ ਨਹੀਂ ਸਿਵਾਏ ਮਸੀਹ ਹੀ ਆ ਜਿਹੜਾ ਬਦਲ ਸਕਦਾ। ਸੋ ਦ੍ਰਿਸ਼ਟੀ ਦੇ ਦੁਆਰਾ ਕੀ ਹੁੰਦਾ, ਜੇ ਤੇ ਦ੍ਰਿਸ਼ਟੀ ਪੈ ਜਾਂਦੀ ਆ, ਉਹਨੂੰ ਕੀ ਕਰ ਦਿੰਦਾ, ਬਦਲ ਦਿੰਦਾ ਆ। ਹਾਲੇਲੂਇਆ। ਜਿਹਦੇ ਤੇ ਉਹ ਨਜ਼ਰ ਕਰਦਾ ਆ, ਉਹਨੂੰ ਕੀ ਕਰ ਦਿੰਦਾ ਆ, ਬਦਲ ਦਿੰਦਾ ਆ। ਹਾਲੇਲੂਇਆ, ਹਾਲੇਲੂਇਆ। ਅੱਜ ਸਾਨੂੰ ਇਹ ਪ੍ਰਾਰਥਨਾ ਖੁਦਾ ਦੇ ਕੇ ਕਰਨ ਦੀ ਜ਼ਰੂਰਤ ਹੈ, हे ਪਰਮੇਸ਼ਰ ਮੇਰੇ ਤੇ ਵੀ ਆਪਣੀ ਨਜ਼ਰ ਕਰ। ਕਿਉਂਕਿ ਉਹਦੀ ਦ੍ਰਿਸ਼ਟੀ ਦੇ ਬਾਰੇ ਲਿਖਿਆ ਬਾਣੀ ਦੇ ਵਿੱਚ। ਯਿਸੂ ਮਸੀਹ ਦਾ ਜਦੋਂ ਇਲਾਹੀ ਰੂਪ ਦਿਖਾਇਆ ਗਿਆ ਬਾਣੀ ਦੇ ਵਿੱਚ, ਜਦੋਂ ਈਸ਼ਵਰੀ ਰੂਪ ਦਿਖਾਇਆ ਗਿਆ, ਤੇ ਉਹਦੇ ਵਿੱਚ ਬਚਨ 'ਚ ਲਿਖਿਆ ਉਹਦੀ ਜਿਹੜੀ ਨਜ਼ਰ ਸੀਗੀ ਨਾ, ਉਹ ਅੱਗ ਦੀ ਲਾਟ ਸੀ। ਹਾਲੇਲੂਇਆ। ਕਿੰਨੀ ਤੇਜ਼ ਨਜ਼ਰ ਆ, ਅੱਗ ਵਾਲੀ ਨਜ਼ਰ ਆ, ਪੈਂਦੇ ਸਾਰੀ ਇੱਕ ਇਨਸਾਨ ਦੇ ਗੁਨਾਹ ਨੂੰ ਕੀ ਕਰ ਦਿੰਦੀ ਆ, ਸਾੜ ਹੀ ਦਿੰਦੀ ਆ। ਹਾਲੇਲੂਇਆ। ਕੀ ਕਰ ਦਿੰਦੀ ਬਈ, ਐਸੀ ਨਜ਼ਰ ਆ। ਸੋ ਉਹਨੂੰ ਕਹੋ ਸਾਡੇ ਤੇ ਦ੍ਰਿਸ਼ਟੀ ਕਰ, ਕਿਉਂਕਿ ਬਾਕੀ ਸਾਰੇ ਮੇਰੇ ਤੇ ਤਾਂ ਕੀ ਕਰਦੇ ਰਹਿੰਦੇ ਆ, ਮੇਰੀਆਂ ਬੁਰਾਈਆਂ ਨੂੰ ਪ੍ਰਗਟ ਕਰਦੇ, ਮੈਨੂੰ ਸ਼ਰਮਿੰਦਾ ਹੀ ਕਰਦੇ ਰਹਿੰਦੇ ਆ। ਪਰ ਇੱਕ ਉਹ ਆ ਜਿਹੜਾ ਮੈਨੂੰ ਸ਼ਰਮਿੰਦਾ ਕਰਦਾ ਨਹੀਂ। ਸੋ ਬਾਣੀ 'ਚ ਲਿਖਿਆ ਇੱਕ ਕਹਾਣੀ ਆ, ਇੱਕ ਔਰਤ ਜਿਹੜੀ ਸੀ ਜਨਾਹ ਕਰਦੀ ਫੜੀ ਗਈ।
ਜਦੋਂ ਉਹ ਜਨਾਹ ਕਰਦੀ, ਗਲਤ ਕੰਮ ਕਰਦੀ ਫੜੀ ਗਈ ਤੇ ਉਹ ਕੁਝ ਲੋਕ ਉਹਨੂੰ ਪ੍ਰਭੂ ਦੇ ਕੋਲ ਲੈ ਆਏ, ਪ੍ਰਭੂ ਨੂੰ ਅਜਮਾਉਣ ਲਈ ਵੀ ਪ੍ਰਭੂ ਇਹਦੇ ਬਾਰੇ ਕੀ ਗੱਲਬਾਤ ਕਰਦਾ। ਸੋ ਉਹਨਾਂ ਨੇ ਪ੍ਰਭੂ ਦੇ ਅੱਗੇ ਵਿਵਸਥਾ ਵੀ ਰੱਖੀ, ਜੋ ਰੱਬ ਦੀ ਬਾਣੀ ਆ, ਜੋ ਰੱਬ ਦਾ ਨਿਆਂ ਆ, ਉਹ ਵੀ ਰੱਖਿਆ ਕਿ ਇਹ ਇਦਾਂ ਦੀ ਔਰਤ ਬਾਰੇ ਬਾਣੀ ਵਿੱਚ ਇਦਾਂ ਲਿਖਿਆ ਕਿ ਇਹਨੂੰ ਇੱਕ ਚੌਂਕ 'ਚ ਖੜੀ ਕਰੋ ਤੇ ਆਸੇ-ਪਾਸੇ ਪੱਥਰਾਂ ਦੀ ਬਾਰਿਸ਼ ਕਰਕੇ, ਪਥਰਾਓ ਕਰਕੇ ਇਹਨੂੰ ਕੀ ਕਰ ਦਿਓ, ਮਾਰ ਦਿਓ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਯਿਸੂ ਮਸੀਹ ਨੇ ਉੱਥੇ ਕੀ ਕੀਤਾ? ਜਿਹੜਾ ਵੀ ਆਇਆ ਉਹਦੇ ਤੇ ਪੱਥਰ ਮਾਰਨ ਲਈ ਯਿਸੂ ਮਸੀਹ ਨੇ ਜ਼ਮੀਨ ਤੇ ਉਹਦਾ ਕੀ ਲਿਖਤਾ? ਪਾਪ ਲਿਖਤਾ। ਉਹਦਾ ਪਾਪ ਲਿਖ ਦਿੱਤਾ, ਲਿਖ ਦਿੱਤਾ, ਬੋਲਿਆ ਨਹੀਂ। ਕਿਉਂ? ਕਿਉਂਕਿ ਜਿਹੜਾ ਅੱਗੇ ਆਊਗਾ, ਜਿਹੜਾ ਪੱਥਰ ਮਾਰਨਾ ਹੋਊਗਾ, ਉਹੋ ਹੀ ਆਪਣੇ ਪਾਪ ਨੂੰ ਕੀ ਕਰੂਗਾ? ਪੜੂਗਾ। ਯਿਸੂ ਮਸੀਹ ਉਹਦਾ ਜਿਹੜਾ ਵੀ ਪੱਥਰ ਮਾਰਨਾ ਹੋਵੇ ਉਹਦਾ ਪਾਪ ਲਿਖਦਾ ਗਿਆ। ਲੋਕੀ ਪੱਥਰ ਪਰੇ ਸਿੱਟ ਕੇ ਚਲੇ ਗਏ, ਕੋਈ ਉਹਦੇ ਤੇ ਪੱਥਰ ਮਾਰਨ ਦੇ ਲਾਇਕ ਨਿਕਲਿਆ ਹੀ ਨਿਕਲਿਆ। ਹਾਲੇਲੂਇਆ, ਹਾਲੇਲੂਇਆ। ਤੇ ਉਹ ਭੈਣ ਜਿਹੜੀ ਸੀਗੀ ਉਹ ਯਿਸੂ ਮਸੀਹ ਦੇ ਚਰਨਾਂ ਤੇ ਲੱਗੀ ਪਈ। ਉਹਨੇ ਕਿਹਾ, ਉੱਠ ਬੀਬੀ, ਚਲੀ ਜਾ, ਤੇਰੇ ਪਾਪ ਮਾਫ ਹੋਏ। ਹਾਲੇਲੂਇਆ। ਜਿੱਦਾਂ ਹੀ ਉੱਤੇ ਦ੍ਰਿਸ਼ਟੀ ਪਈ, ਉਹਦੇ ਪਾਪ ਕੀ ਹੋ ਗਏ? ਮਾਫ ਹੋ ਗਏ। ਸੋ ਕਹਿਣ ਦਾ ਮਤਲਬ ਆ, ਸਾਨੂੰ ਅੱਜ ਇਸ ਗੱਲ ਨੂੰ ਧਿਆਨ ਦੇਣਾ ਪੈਣਾ ਆ। ਅੱਜ ਰਾਤ ਜਦੋਂ ਆਪਾਂ ਆਪਣੇ ਬਿਸਤਰ ਤੇ ਜਾਈਏ, ਏਦਾਂ ਕਹੀਏ, ਹੇ ਪ੍ਰਮਾਤਮਾ, ਜਿਹੜਾ ਤੂੰ ਸ੍ਰਿਸ਼ਟੀ ਕਰਤਾ, ਮੈਂ ਉਹਦੇ ਨਾਲ ਗੱਲ ਕਰਦਾ। ਜਿਹੜਾ ਤੂੰ ਸ੍ਰਿਸ਼ਟੀ ਕਰਦਾ ਤੇ ਤੇਰਾ ਠਹਿਰਾਇਆ ਹੋਇਆ ਜਿਹੜਾ ਮਸੀਹ ਆ ਨਾ, ਮੈਂ ਚਾਹੁੰਦਾ ਆ ਉਹਦੀ ਨਜ਼ਰ ਮੇਰੇ ਤੇ ਪੈ ਜਾਵੇ। ਬਾਕੀ ਥਾਂ ਤੇ ਨਜ਼ਰਾਨੇ ਚੜਾ ਕੇ ਵੀ ਦੇਖ ਲਏ, ਭੇਂਟਾਂ ਚੜਾ ਕੇ ਵੀ ਦੇਖ ਲਈਆਂ, ਦਾਨ ਦਸਵੰਧ ਕਰਕੇ ਵੀ ਦੇਖ ਲਏ, ਦਾਨ ਪੁੰਨ ਕਰਕੇ ਦੇਖ ਲਏ ਆ, ਲੰਗਰ ਲਗਾ ਕੇ ਦੇਖ ਲਏ, ਛਬੀਲਾਂ ਲਗਾ ਕੇ ਵੀ ਦੇਖ ਲਈਆਂ ਆ। ਹਾਲੇਲੂਇਆ। ਕਿਤਿਓਂ ਵੀ ਮੇਰਾ ਪਾਪ ਜਿਹੜਾ ਸੀਗਾ ਉਹ ਮੁੱਕਿਆ, ਉਲਟਾ ਵੱਧਦਾ ਹੀ ਵੱਧਦਾ ਗਿਆ ਆ। ਤੇ ਅੱਜ ਮੈਂ ਸੁਣਿਆ ਆ ਕਿ ਤੇਰੀ ਦ੍ਰਿਸ਼ਟ ਅੱਗ ਵਾਲੀ ਆ। ਜੇ ਮੈਂ ਤੇਰੀ ਦ੍ਰਿਸ਼ਟ ਦੇ ਸਾਹਮਣੇ ਆ ਗਿਆ ਜਾਂ ਤੇਰੀ ਨਜ਼ਰ ਮੇਰੇ ਤੇ ਪੈ ਗਈ ਤੇ ਮੈਂ ਕੀ ਹੋ ਸਕਦਾ ਆ? ਸ਼ੁੱਧ ਹੋ ਸਕਦਾ। ਹਾਲੇਲੂਇਆ। ਮੇਰਾ ਜੀਵਨ ਕੀ ਹੋ ਸਕਦਾ ਆ? ਬਦਲ ਸਕਦਾ ਆ। ਹਾਲੇਲੂਇਆ। ਆਓ ਦੂਸਰੀ ਗੱਲ। ਪਹਿਲੀ ਗੱਲ, ਜੇ ਅਸੀਂ ਬਦਲਣਾ ਤੇ ਸਾਡੇ ਤੇ ਕਿਹਦੀ ਦ੍ਰਿਸ਼ਟੀ ਆਉਣੀ ਆ? ਕਿਹਦੀ ਨਜ਼ਰ ਪੈਣੀ ਆ? ਯਿਸੂ ਮਸੀਹ ਦੀ। ਉਹ ਪਾਕ ਨਜ਼ਰ ਆ, ਉਹ ਪਵਿੱਤਰ ਨਜ਼ਰ ਆ। ਤੇ ਜਿਹਦੀ ਨਜ਼ਰ ਪਵਿੱਤਰ ਹੁੰਦੀ ਨਾ, ਉਹ ਦੂਸਰੇ ਨੂੰ ਗੁਨਾਹਗਾਰ ਦੇ ਤੌਰ ਤੇ ਦੇਖਦਾ ਹੀ ਨਹੀਂ। ਉਹਦਾ ਮਨ ਹੁੰਦਾ ਆ ਇਹ ਵੀ ਕੀ ਹੋ ਜਵੇ? ਪਵਿੱਤਰ ਹੋ ਜਾਵੇ। ਹਾਲੇਲੂਇਆ। ਕਦੀ ਵੀ ਆਪਣੇ ਆਪ ਨੂੰ ਪਵਿੱਤਰਤਾ ਤੇ ਰੱਖ ਕੇ ਦੇਖ ਲਓ, ਤੁਹਾਡੇ ਅੱਗੇ ਦੋਸ਼ੀ ਆਊਗਾ, ਉਹਦੇ ਨਾਲ ਤੁਹਾਡਾ ਪਿਆਰ ਜਾਗੂਗਾ। ਇਹ ਪ੍ਰਮਾਤਮਾ ਮੇਰੇ ਤੇ ਰਹਿਮ ਹੋ ਗਿਆ, ਇਹਦੇ ਤੇ ਵੀ ਕੀ ਹੋ ਜਵੇ? ਪਰ ਜੇ ਤੁਹਾਡੇ ਤੇ ਉਹਦੀ ਦ੍ਰਿਸ਼ਟੀ ਨਾ ਪਈ ਹੋਗੀ, ਤੁਸੀਂ ਦੂਸਰੇ ਨੂੰ ਉਛਾਲਦੇ ਹੀ ਰਹੋਗੇ, ਉਹਦੀ ਬੁਰਾਈ ਸੋਚਦੇ ਹੀ ਰਹੋਗੇ, ਉਹਨੂੰ ਭੰਡੀ ਉਹਦੀ ਕਰਦੇ ਹੀ ਰਹੋਗੇ। ਕਿਉਂ? ਕਿਉਂਕਿ ਤੁਸੀਂ ਉਹਦੀ ਪਵਿੱਤਰ ਨਜ਼ਰ ਦੇ ਸਾਹਮਣੇ ਹੋਏ ਨਹੀਂ ਤੇ ਤੁਸੀਂ ਹਜੇ ਪਵਿੱਤਰ ਹੋਏ ਵੀ ਨਹੀਂ। ਜਿੱਦਣ ਪਵਿੱਤਰ ਹੋਵੋਗੇ ਉਦਣ ਉਛਾਲਣ ਵਾਲੇ ਨਹੀਂ ਹੋਵੋਗੇ, ਢੱਕਣ ਵਾਲੇ ਹੋ ਜਾਓਗੇ। ਹਾਲੇਲੂਇਆ। ਸੋ ਖੁਦਾ ਦੇ ਅੱਗੇ ਬੇਨਤੀ ਹੋਣੀ ਆ, ਇਹ ਪਰਮੇਸ਼ਰ ਮੈਨੂੰ ਕੀ ਕਰਦੇ? ਮੇਰੇ ਤੇ ਆਪਣੀ ਦ੍ਰਿਸ਼ਟ ਕਰ, ਆਪਣੀ ਨਜ਼ਰ ਮੇਰੇ ਤੇ ਕਰ। ਹਾਲੇਲੂਇਆ। दूसरी गल लूका दी इंजील 5 अध्याय ਉਹਦੀ 5 आए। शमौन ने उसको उत्तर दिया कि हे स्वामी, हमने सारी रात मेहनत की और कुछ ना पकड़ा, तो भी तेरे कहने से जाल डालूंगा। हाँ, कहते सारी रात मेहनत की, मिलिया कुछ भी नहीं। इत्थे कह रहा सारी रात, कौन कह रहा भला? पतरस। किन्ने टाइम मेहनत की भाई? सारी रात। की फड़न लई? मछलियां फड़न। पर मिलिया कुछ भी नहीं। हालेलुया। पर कहता तेरे कहने ते मैं की करूंगा? जाल डालूंगा। हालेलुया। सो एक तां साडे उत्ते ये चाहिदा आ साडा जीवन बदल जाए कि ओदी नजर साडे ते हो जावे, ओदी दृष्ट साडे ते हो जावे। दूसरा चाहिदा आ कि असी ओदी आग्या नूं की कर लईए? मान लईए। कहता तेरे कहने ते पाउणा, मान ली ना गल। हालेलुया। तेरे कहने ते की करदा मैं? जाल पाउणा आ। हालेलुया, हालेलुया। ते अगर कोई लिखना चाहता लिख सकते हो। यीशु की गल मनन नाल हालात बदल गए। की होया उत्थे? हालात की हो गए? बदल गए। जदों तुसीं अपनी बुद्धि नाल बिजनेस चला रहे सी, चलिया नहीं ना, जदों ओदी आग्या दे अनुसार बिजनेस नूं हत्थ पाया ते बिजनेस च की आ गई? बरकत आ गई। ते हालात की हो गए भला? बदल गए ना। घाटे कादे विच बदल गए? नफे दे विच बदल गए। हालेलुया। क्यों बदल गए? क्योंकि जेड़ा मसीह आ वो मिल गया,
ਉਹਦੀ ਨਜ਼ਰ ਮੇਰੇ ਤੇ ਪੈ ਗਈ ਤੇ ਮੈਂ ਉਹਦੀ ਆਗਿਆ ਨੂੰ ਕੀ ਕਰ ਲਿਆ ਭਲਾ, ਮੰਨ ਲਿਆ। ਇਸ ਲਈ ਕੀ ਹੋ ਗਿਆ, ਹਾਲਾਤ ਕੀ ਹੋ ਗਏ, ਬਦਲ ਗਏ। ਦ੍ਰਿਸ਼ਟ ਪਾਉਗੀ ਤੇ ਕੀ ਹੋ ਜਾਊਗਾ, ਸਾਡਾ ਪਾਪ ਸਾਡੇ ਤੋਂ ਕੀ ਹੋ ਜਾਊਗਾ, ਦੂਰ ਹੋ ਜਾਊਗਾ। ਆਗਿਆ ਮੰਨਾਂਗੇ ਤੇ ਹਾਲਾਤ ਕੀ ਹੋ ਜਾਣਗੇ, ਬਦਲ ਜਾਣਗੇ। ਘਾਟੇ ਕੀ ਹੋ ਜਾਣਗੇ, ਨਫੇ ਦੇ ਵਿੱਚ ਆ ਜਾਣਗੇ। ਹਾਲੇਲੂਇਆ। ਸੋ ਇੱਥੇ ਆਪਾਂ ਦੇਖਦੇ ਹਾਂ ਕਿ ਜਿਹੜੀ ਪਤਰਸ ਉਹਨਾਂ ਦੇ ਕੋਲ ਕਿਸ਼ਤੀ ਹੈ ਜਿਹਦੇ 'ਚ ਬੈਠ ਕੇ ਉਹ ਮੱਛੀਆਂ ਫੜਦੇ ਨਾ, ਕਿਸ਼ਤੀ ਨੂੰ ਕੋਈ ਹਵੀ ਨਵੀ ਹੋ ਜਾਵੇ, ਕੋਈ ਕਰੈਕ ਹੋ ਜਾਵੇ, ਕੁਝ ਟੁੱਟ ਭੱਜ ਜਾਵੇ ਤੇ ਕਿਸ਼ਤੀ ਦੀ ਰਿਪੇਅਰ ਤਾਂ ਯਿਸੂ ਕਰ ਸਕਦਾ, ਕਿਉਂਕਿ ਯਿਸੂ ਐਕਸਪਰਟ ਕਾਹਦੇ ਵਿੱਚ ਆ, ਕਿਸ਼ਤੀ ਦੀ ਰਿਪੇਅਰ ਕਰਨ ਵਿੱਚ। ਕਿਉਂਕਿ ਉਹ ਬਚਪਨ ਵਿੱਚ ਕਿਹੜਾ ਕੰਮ ਕਰਦਾ ਰਿਹਾ, ਕਾਰਪੈਂਟਰ ਦਾ ਕੰਮ, ਤਰਖਾਣਾ ਕੰਮ ਕਰਦਾ ਰਿਹਾ। ਪਰ ਮੱਛੀਆਂ ਫੜਨ ਵਿੱਚ ਐਕਸਪਰਟ ਕੌਣ ਆ, ਪਤਰਸ ਆ। ਹਾਲੇਲੂਇਆ, ਹਾਲੇਲੂਇਆ। ਸੋ ਇੱਥੇ ਹੁਣ ਐਕਸਪਰਟ ਦੀ ਨਹੀਂ ਗੱਲ ਆਗਿਆ ਮੰਨਣ ਦੀ ਆ। ਖੁਦਾਵੰਦ ਸਾਡੇ ਤਜਰਬੇ ਦੇ ਹਿਸਾਬ ਦੇ ਨਾਲ ਸਾਨੂੰ ਬਰਕਤ ਦਿੰਦਾ ਨਹੀਂ, ਜੇਕਰ ਕਿਸੇ ਨੂੰ ਆਪਣੇ ਤਜਰਬੇ ਤੇ ਮਾਣ ਹੋਵੇ ਤਾਂ। ਹਾਲੇਲੂਇਆ। ਕਦੋਂ ਬਰਕਤ ਦਿੰਦਾ ਆ, ਜਦੋਂ ਅਸੀਂ ਆਗਿਆ ਨੂੰ ਕੀ ਕਰ ਦਿੰਦੇ ਆ, ਮੰਨ ਲੈਂਦੇ ਆ। ਹਾਲੇਲੂਇਆ, ਹਾਲੇਲੂਇਆ। ਸੋ ਆਗਿਆ ਨੂੰ ਮੰਨਾਂਗੇ ਤੇ ਕੀ ਹੋਊਗਾ, ਪ੍ਰਭੂ ਸਾਨੂੰ ਬਰਕਤ ਦਊਗਾ। ਸੋ ਡਾਕਟਰ, ਹਾਲਾਤ, ਬੁੱਧੀ ਕਹਿਣਗੇ ਨਹੀਂ। ਇੱਕ ਟਾਈਮ ਸਾਡੇ ਤੇ ਇਦਾਂ ਦਾ ਆ ਜਾਂਦਾ, ਕਈ ਵਾਰੀ ਡਾਕਟਰ ਵੀ ਕੀ ਕਹਿ ਦਿੰਦੇ ਆ, ਨਹੀਂ ਬਈ ਮੁਸ਼ਕਲ ਆ। ਹਾਲੇਲੂਇਆ। ਸਾਡੇ ਕੋਲ ਸੰਗਤੀ ਵਿੱਚ ਐਸੇ ਭੈਣ ਭਰਾ ਬਹੁਤ ਆਉਂਦੇ ਜਿਨ੍ਹਾਂ ਨੂੰ ਡਾਕਟਰਾਂ ਨੇ ਕੀ ਕਹਿ ਦਿੱਤਾ ਸੀਗਾ, ਮੁਸ਼ਕਲ ਆ, ਪਰ ਅਸੀਂ ਉਹਨਾਂ ਨੂੰ ਦੱਸਤਾ ਪ੍ਰਭੂ ਵੱਲੋਂ ਅਜੇ ਇਦਾਂ ਕਿਹਾ ਗਿਆ ਨਹੀਂ। ਹਾਲੇਲੂਇਆ। ਸੋ ਉਹਨਾਂ ਨੂੰ ਕੀ ਹੋ ਗਿਆ, ਉਹਨਾਂ ਦਾ ਮਸਲਾ ਹੱਲ ਹੋ ਗਿਆ, ਉਹਨਾਂ ਦਾ ਰੋਗ ਕੀ ਹੋ ਗਿਆ, ਚੰਗਾ ਹੋ ਗਿਆ। ਸੋ ਡਾਕਟਰ ਕਹਿ ਸਕਦੇ, ਕਈ ਵਾਰ ਸਾਡੇ ਆਸੇ-ਪਾਸੇ ਦੇ ਹਾਲਾਤ ਜਿਹੜੇ ਆ ਉਹ ਵੀ ਕਹਿ ਸਕਦੇ ਵੀ ਭਾਈ ਹੁਣ ਪ੍ਰੋਗਰਾਮ ਬਣ ਸਕਦਾ ਨਹੀਂ। ਸਾਡੀ ਜਿਹੜੀ ਬੁੱਧੀ ਆ, ਸਾਡੇ ਅੰਦਰ ਬੁੱਧ ਜਿਹਦੇ ਨਾਲ ਅਸੀਂ ਜੀਵਨ ਗੁਜ਼ਾਰਦੇ ਆ, ਜਿਹਦੇ ਨਾਲ ਅਸੀਂ ਸੰਸਾਰ ਵਿੱਚ ਵਿਚਰਦੇ ਆ, ਚੱਲਦੇ ਆ, ਕੁਝ ਵੀ ਕਰਦੇ ਆ, ਸਾਡੀ ਜਿਹੜੀ ਬੁੱਧੀ ਆ ਇਹ ਵੀ ਇੱਕ ਟਾਈਮ ਨਾ ਕਰ ਸਕਦੀ ਆ ਵੀ ਹੁਣ ਹੋ ਸਕਦਾ, ਹੁਣ ਹੋ ਨਹੀਂ ਸਕਦਾ, ਪਰ ਪ੍ਰਭੂ ਕਹੂਗਾ ਹੋ ਸਕਦਾ ਆ। ਹਾਲੇਲੂਇਆ। ਉਹ ਹਰ ਵਿਗੜਿਆ ਹਾਲਾਤ ਵੀ ਕੀ ਹੋ ਸਕਦਾ ਆ, ਠੀਕ ਹੋ ਸਕਦਾ ਆ। ਸੋ ਆਈਏ ਤੀਸਰੀ ਗੱਲ ਆਪਾਂ ਇਸੇ ਗੱਲ ਨੂੰ ਹੋਰ ਦੇਖਦੇ ਹਾਂ। ਲੂਕਾ 5 ਦੀ 7 ਤੋਂ 8 ਹੈ। ਪਹਿਲੀ ਨਜ਼ਰ ਹੋਣੀ, ਯਿਸੂ ਦੀ ਦ੍ਰਿਸ਼ਟੀ ਪੈਣੀ ਆ। ਦੂਸਰਾ ਅਸੀਂ ਕੀ ਕਰਨਾ, ਉਹਦੀ ਆਗਿਆ ਨੂੰ ਮੰਨਣਾ ਆ। ਹਾਂਜੀ। इस पर उन्होंने अपने साथियों को जो दूसरी नाव पर थे संकेत किया कि आकर हमारी सहायता करो। ਪਹਿਲਾਂ ਕੀ ਕਿਹਾ ਹੈ ਯਿਸੂ ਮਸੀਹ ਨੂੰ, ਅਸੀਂ ਸਾਰੀ ਰਾਤ ਮਿਹਨਤ ਕੀਤੀ ਤੇ ਕੋਈ ਮੱਛੀ ਮਿਲੀ ਨਹੀਂ, ਪਰ ਯਿਸੂ ਦੇ ਕਹਿਣ ਤੇ ਜਾਲ ਪਾਇਆ ਤੇ ਜਾਲ ਬਚਨ ਚ ਲਿਖਿਆ ਕੀ ਹੋ ਗਿਆ, ਵੱਡੀਆਂ ਮੱਛੀਆਂ ਨਾਲ ਕੀ ਹੋ ਗਿਆ, ਭਰ ਗਿਆ। ਤੇ ਆਸੇ-ਪਾਸੇ ਜਿਹੜੇ ਕਿਸ਼ਤੀਆਂ ਵਾਲੇ ਸੀ ਉਹ ਵੀ ਟਰਾਈਆਂ ਕਰ ਰਹੇ ਸੀਗੇ, ਉਹਨਾਂ ਨੂੰ ਵੀ ਕੁਝ ਮਿਲਿਆ ਨਹੀਂ ਸੀ। ਇਹਨਾਂ ਨੇ ਕੀ ਕੀਤਾ, ਉਹਨਾਂ ਕਿਸ਼ਤੀ ਵਾਲਿਆਂ ਨੂੰ ਵੀ ਆਵਾਜ਼ ਮਾਰੀ, ਭਾਈ ਆ ਜਾਓ, ਸਾਡਾ ਜਾਲ ਭਰ ਗਿਆ ਆ, ਇਹ ਜਾਲ ਸਾਡੇ ਨਾਲ ਕਢਾਓ ਤੇ ਸਾਡੇ ਕੋਲੋਂ ਮੱਛੀਆਂ ਲੈ ਜਾਓ। ਹਾਲੇਲੂਇਆ, ਹਾਲੇਲੂਇਆ। ਕਾਰਨ ਕੀ ਹੋ ਗਿਆ ਭਲਾ, ਕਿਉਂ ਜਾਲ ਭਰ ਗਿਆ, ਕੀ ਮੰਨ ਲਈ, ਆਗਿਆ ਮੰਨ ਲਈ। ਹਾਲੇਲੂਇਆ। ਸੋ ਜਦੋਂ ਇਹ ਪੜ੍ਹੀਏ 7 और 8 है। और उन्होंने आकर दोनों नाव यहाँ तक भर ली कि वे डूबने लगी। हाँ, दोनों ਜਿਹੜੀ ਨਾव ਜਿਹੜੀ ਦੂਸਰੀ ਸੀਗੀ ਉਹ ਵੀ ਭਰ ਲਈ ਤੇ ਜਿਹੜੀ ਕਿਸ਼ਤੀ ਸੀ ਇੰਨੀ ਮੱਛੀਆਂ ਨਾਲ ਭਰ ਗਈ ਤੇ ਉਹ ਕੀ ਕਰਨ ਲੱਗੀ ਭਲਾ, ਡੁੱਬਣ ਲੱਗੀ ਸੀ। हाँ, ये देखकर शमौन पतरस यीशु के पांवों पर गिरा और कहा, हे प्रभु मेरे पास से जा, क्योंकि मैं पापी मनुष्य हूं। हाँ, ਇਹ ਕੰਮ ਦੇਖ ਕੇ ਪਤਰਸ ਨੇ ਕੀ ਕਹਿਤਾ, ਮੇਰੇ ਕੋਲੋਂ ਕੀ ਕਰ ਲਾ ਭਲਾ, ਚਲਾ ਜਾ, ਮੈਂ ਕੀ ਆ, ਪਾਪੀ ਮਨੁੱਖ। ਹਾਲੇਲੂਇਆ, ਹਾਲੇਲੂਇਆ। ਸੋ ਆਸ਼ੀਸ਼ ਪਾ ਕੇ ਇਸ ਭਾਈ ਦਾ ਕਿੱਦਾਂ ਦਾ ਮਾਨਿਆ, ਆਸ਼ੀਸ਼ ਪਾਉਣ ਤੋਂ ਬਾਅਦ ਵੀ, ਕਿਉਂਕਿ ਜਿੱਦਾਂ ਹੀ ਦੁਨੀਆ 'ਚ ਲੋਕਾਂ ਨੂੰ ਬਰਕਤ ਕੋਈ ਮਿਲ ਜਾਂਦੀ ਹੈ ਨਾ ਤੇ ਉਹ ਘਮੰਡੀ ਹੋ ਜਾਂਦੇ ਆ, ਉਹ ਦੂਸਰੇ ਨੂੰ ਕੁਝ ਸਮਝਦੇ ਨਹੀਂ, ਦੂਸਰੇ ਨੂੰ ਤੁੱਛ ਜਾਣਨਾ ਸ਼ੁਰੂ ਕਰ ਦਿੰਦੇ ਆ। ਜੇ ਘਰ ਵੀ ਬਣਾ ਲੈਂਦੇ ਤੇ ਉਹਦੇ ਅੱਗੇ ਇੱਕ ਲਾ ਲੈਂਦੇ ਆ, ਜੀਭ ਜੀ ਕੱਢੀ ਹੋਇਆ ਵਾਲਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਵੀ ਘਰ ਤੂੰ ਬਣਾਇਆ ਆਪਣਾ। ਹਾਲੇਲੂਇਆ। ਤੇ ਘਰ ਇਸੇ ਲਈ ਬਣਾਇਆ ਵੀ ਦੁਨੀਆ ਆ ਕੇ ਕੀ ਕਰੇ, ਸਿਫਤਾਂ ਕਰੇ ਵੀ ਭਾਈ ਨੇ ਕਿੰਨੀਆਂ ਮਿਹਨਤਾਂ ਨਾਲ ਘਰ ਬਣਾ ਲਿਆ, ਤੇ ਤੂੰ ਤਾਂ ਕਹਿਣ ਡਿਆ ਜਿਹੜਾ ਘਰ ਵਾਲ ਨੂੰ ਦੇਖੇ ਬੁਰੀ ਨਜ਼ਰ ਵਾਲੇ ਤੇਰੇ ਮੂੰਹ।
ਹਾਲੇਲੂਇਆ, ਹਾਲੇਲੂਇਆ। ਪਰ ਜਿਹਨੂੰ ਘਰ ਖੁਦਾ ਬਣਾ ਕੇ ਦਊਗਾ, ਚਾਹੇ ਜਿੱਡਾ ਮਰਜ਼ੀ ਘਰ ਹੋਵੇ, ਉਹ ਆਪਣੇ ਘਰ ਦੇ ਉੱਤੇ ਇਹਨੂੰ ਲਟਕਾਊਗਾ ਨਹੀਂ। ਹਾਲੇਲੂਇਆ, ਹਾਲੇਲੂਇਆ। ਉਹ ਤਾਂ ਆਪਣੇ ਘਰ ਦੇ ਉੱਤੇ ਲਿਖਵਾਊਗਾ, ਇਹ ਵੀ ਦਾਤ ਤੇਰੀ ਦਾਤਾਰ। ਹਾਲੇਲੂਇਆ, ਇਹ ਵੀ ਤੇਰਾ ਹੀ ਆ ਦੇਣ ਵਾਲਿਆ, ਮੇਰਾ ਇਹਦੇ ਵਿੱਚ ਕੁਝ ਵੀ ਹੈ ਨਹੀਂ। ਤੂੰ ਮੈਨੂੰ ਬਲ ਦਿੱਤਾ, ਤੂੰ ਮੈਨੂੰ ਜ਼ੋਰ ਦਿੱਤਾ, ਤੂੰ ਮੈਨੂੰ ਬੁੱਧੀ ਦਿੱਤੀ, ਤੇ ਤੂੰ ਮੇਰੇ ਹੱਥ ਦੇ ਕੰਮ 'ਚ ਮੈਨੂੰ ਕੀ ਦਿੱਤੀ ਆ? ਬਰਕਤ ਦਿੱਤੀ ਆ। ਹਾਲੇਲੂਇਆ, ਹਾਲੇਲੂਇਆ। ਔਰ ਉਹ ਕਹੂਗਾ, हे खुदा दे मुबारक, बाहर क्यों खड़े हो, अंदर आ जाओ। हालेलुया। ਅਸੀਂ ਆਪਣੇ ਭਵਨ ਤੇ ਲਿਖਾਇਆ ਹੋਇਆ, हे खुदा दे मुबारक, बाहर क्यों खड़े हो, अंदर आ जाओ। हालेलुया, अंदर आ जाओ। ਇਹ ਜੋ ਘਰ ਖੁਦਾ ਨੇ ਵੱਡਾ ਬਣਾ ਕੇ ਦਿੱਤਾ, ਅਸੀਂ ਤੁਹਾਨੂੰ ਜਿਹੜੇ ਆਏ ਆ ਸਾਡੇ ਘਰ ਦੇ ਮੋਹਰੇ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਇੱਥੋਂ ਖਾਲੀ ਜਾਓ। ਸਾਡੀ ਬਰਕਤ ਦੀ ਗਵਾਹੀ ਸੁਣੋ, ਅਸੀਂ ਤੁਹਾਨੂੰ ਚਾਹ ਪਾਣੀ ਵੀ ਪਿਲਾਉਣਾ ਚਾਹੁੰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਇਸ ਲਈ ਖੁਦਾ ਵੱਲੋਂ, ਪ੍ਰਮਾਤਮਾ ਵੱਲੋਂ ਸੱਚੀ ਬਰਕਤ ਮਿਲੀ ਹੋਈ ਦੀ ਨਿਸ਼ਾਨੀ ਇਹ ਹੁੰਦੀ ਆ ਕਿ ਇੱਕ ਇਨਸਾਨ ਹੋਰ ਪ੍ਰਮਾਤਮਾ ਦੇ ਅੱਗੇ ਕੀ ਹੋ ਜਾਂਦਾ? ਦੀਨ ਹੋ ਜਾਂਦਾ, ਨੀਵਾਂ ਹੋ ਜਾਂਦਾ। ਮੈਂ ਲਾਇਕ ਨਹੀਂ ਸੀ। ਪਰ ਜਿਹੜੀ ਦੁਸ਼ਟ ਵੱਲੋਂ, ਸ਼ੈਤਾਨ ਵੱਲੋਂ ਬਰਕਤ ਆਉਂਦੀ ਆ, ਉਹਦੇ 'ਚ ਇਨਸਾਨ ਦਾ ਮਨ ਵਿਗੜ ਜਾਂਦਾ। ਹਾਲੇਲੂਇਆ। ਉਹ ਉਲਟੀਆਂ ਪੁਲਟੀਆਂ ਚੀਜ਼ਾਂ ਲਾਉਂਦਾ, ਕਈ ਬਾਂਦਰਾਂ ਬੂੰਦਰਾਂ ਨੂੰ ਕੋਲ ਖੜੇ ਕਰ ਦਿੰਦਾ। ਹਾਲੇਲੂਇਆ। ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਹੈ ਕੀ ਆ। ਇਸ ਲਈ ਪਤਰਸ ਇਹ ਜਗ੍ਹਾ ਤੇ ਕਹਿ ਰਿਹਾ ਆ, ਮੈਂ ਕੀ ਆ? ਮੇਰੇ ਤੋਂ ਪ੍ਰਭੂ ਚਲੇ ਜਾ, ਮੈਂ ਤੇਰੇ ਲਾਇਕ ਹੀ ਨਹੀਂ। ਤੂੰ ਕਿਉਂ ਬਾਰ-ਬਾਰ ਮੇਰੇ ਜੀਵਨ ਦੇ ਵਿੱਚ ਆ ਕੇ ਤੂੰ ਮੈਨੂੰ ਇਸ ਪ੍ਰਕਾਰ ਦੇ ਨਾਲ ਮੇਰੇ ਨਾਲ ਕਰਦਾ ਆ? ਮੈਂ ਤਾਂ ਪਾਪੀ ਆ, ਮੇਰੇ ਤੋਂ ਚਲੇ ਜਾ, ਮੇਰਾ ਪਾਪ ਮੈਨੂੰ ਛੱਡਦਾ। ਹਾਲੇਲੂਇਆ। ਆ ਜਾਓ। ਸੋ ਸੱਚੀ ਜਿਹੜੀ ਬਦਲਾਹਟ ਆ, ਜਿਹਦਾ ਜੀਵਨ ਬਦਲ ਜਾਂਦਾ ਆ, ਉਹਦੀ ਨਿਸ਼ਾਨੀ ਕੀ ਆ? ਉਹ ਕੀ ਹੋ ਜਾਂਦਾ ਆ? ਅਧੀਨ ਹੋ ਜਾਂਦਾ। ਹਾਲੇਲੂਇਆ। ਸੋ ਆਪਣੇ ਜੀਵਨ ਨੂੰ ਦੇਖਣਾ ਆ, ਜਿਹੜੇ ਰੱਬ ਦੀ ਮੈਂ ਭਗਤੀ ਕਰਦਾ ਆ, ਕਿ ਮੇਰੇ ਜੀਵਨ 'ਚ ਇਦਾਂ ਦੀਆਂ ਚੀਜ਼ਾਂ ਹੈਗੀਆਂ, ਕਿ ਮੇਰੇ ਜੀਵਨ 'ਚ ਇਹ ਗੱਲਾਂ ਪਾਈਆਂ ਜਾਂਦੀਆਂ ਕਿ ਜਿਹੜੇ ਰੱਬ ਨੇ ਮੈਨੂੰ ਬਰਕਤ ਦਿੱਤੀ ਆ, ਤੇ ਉਸ ਬਰਕਤ ਦੇ ਕਾਰਨ ਮੈਂ ਕਿਤੇ ਘਮੰਡੀ ਤਾਂ ਨਹੀਂ, ਜਾਂ ਮੈਂ ਦੂਸਰੇ ਨੂੰ ਤੁੱਛ ਤਾਂ ਨਹੀਂ ਸਮਝਦਾ। ਸੋ ਸੱਚੀ ਬਰਕਤ ਦੇ ਨਾਲ ਇਨਸਾਨ ਕੀ ਹੁੰਦਾ ਆ? ਅਧੀਨ ਹੋ ਜਾਂਦਾ। ਔਰ ਲੂਕਾ 5:11 ਵੀ ਪੜ੍ਹਦੇ ਆਪਾਂ, ਫਿਰ ਪ੍ਰਾਰਥਨਾ ਕਰਦੇ। और वह नावों को किनारे पर ले आए और सब कुछ छोड़कर उसके पीछे हो लिए। ਹੁਣ ਕੀ ਕਰ ਦਿੱਤਾ ਜੀ ਇਹਨਾਂ ਨੇ? ਉਹ ਜਿਹੜੀ ਕਿਸ਼ਤੀ ਸੀ ਉਹਨੂੰ ਛੱਡ ਕੇ ਕੀ ਹੋ ਗਏ ਭਲਾ? ਆ ਗਏ ਆ। ਹਾਲੇਲੂਇਆ। ਤੇ ਸਭ ਕੁਝ ਛੱਡ ਕੇ ਕਿਹਦੇ ਪਿੱਛੇ ਹੋ ਗਏ ਆ? ਪ੍ਰਭੂ ਯਿਸੂ ਮਸੀਹ ਦੇ। ਕਿੱਡਾ ਜ਼ਬਰਦਸਤ ਇੱਕ ਤਿਆਗ ਉਹਦੇ ਜੀਵਨ 'ਚ ਪਾਇਆ ਗਿਆ। ਹਾਲੇਲੂਇਆ। ਸੋ ਬਰਕਤ ਦੇਣ ਵਾਲੀ ਕਿਸ਼ਤੀ ਨੂੰ ਕਿਨਾਰੇ ਕਰ ਦਿੱਤਾ। ਜਿਹਦੇ ਜੀਵਨ ਬਦਲ ਜਾਂਦਾ ਆ, ਉਹਨੂੰ ਜਦ ਚਾਹੇ ਬਰਕਤ ਵੀ ਮਿਲ ਜਾਏ ਤੇ ਉਹ ਬਰਕਤ ਪਿੱਛੇ ਜਾਂਦਾ ਨਹੀਂ। ਬਰਕਤ ਵਿੱਚ ਉਲਝਦਾ ਨਹੀਂ। ਬਰਕਤ ਦੇਣ ਵਾਲੇ ਵਸੀਲੇ ਨੂੰ ਵੀ ਕੀ ਕਰ ਦਿੰਦਾ ਆ? ਪਿੱਛੇ ਕਰ ਦਿੰਦਾ। ਚਾਹੇ ਉਹ ਕਿਸ਼ਤੀ ਆ, ਚਾਹੇ ਉਹ ਵਰਕਸ਼ਾਪ ਆ, ਚਾਹੇ ਉਹ ਬਿਜ਼ਨਸ ਆ, ਚਾਹੇ ਉਹ ਦੁਕਾਨ ਆ, ਉਹਦੇ ਵਿੱਚ ਹੀ ਉਲਝਿਆ ਰਹਿੰਦਾ ਨਹੀਂ। ਉਹਨੂੰ ਸੱਚਾਈ ਪਤਾ ਲੱਗ ਜਾਂਦੀ ਆ ਕਿ ਜਿਹਨੇ ਮੈਨੂੰ ਬਰਕਤ ਦਿੱਤੀ ਆ, ਇਹ ਚਾਹੁੰਦਾ ਆ ਕਿ ਮੇਰਾ ਜੀਵਨ ਕੀ ਹੋ ਜਾਵੇ? ਬਦਲ ਜਾਏ। ਤੇ ਮੇਰਾ ਜੇ ਜੀਵਨ ਬਦਲਣਾ ਆ, ਤੇ ਜਿਹਨੇ ਮੈਨੂੰ ਬਰਕਤ ਦਿੱਤੀ ਆ, ਉਹਦੇ ਪਿੱਛੇ ਮੈਨੂੰ ਚੱਲਣਾ ਪੈਣਾ ਆ। ਹਾਲੇਲੂਇਆ, ਹਾਲੇਲੂਇਆ। ਸੋ ਕਿਨਾਰੇ ਕਰ ਦਿੱਤਾ ਅਤੇ ਸਭ ਕੁਝ ਛੱਡ ਕੇ ਮੱਛਲੀ, ਕਿਸ਼ਤੀ ਔਰ ਜਾਲ ਫਿਰ ਮਸੀਹ ਦੇ ਪਿੱਛੇ ਚੱਲ ਪਿਆ। ਕੀ ਛੱਡਿਆ ਇੱਥੇ? ਸਭ ਕੁਝ ਛੱਡਿਆ ਤਾਂ ਮਤਲਬ ਕਿਸ਼ਤੀ ਛੱਡੀ, ਮੱਛਲੀ ਛੱਡੀ ਤੇ ਜਾਲ ਛੱਡਿਆ। ਹਾਲੇਲੂਇਆ। ਕੀ ਛੱਡਿਆ ਜੀ? ਕਿਸ਼ਤੀ ਛੱਡੀ, ਮੱਛਲੀ ਛੱਡੀ ਤੇ ਜਾਲ ਵੀ ਛੱਡ ਦਿੱਤਾ। ਤੇ ਕਿਹਦੇ ਪਿੱਛੇ ਹੋ ਗਿਆ? ਯਿਸੂ ਮਸੀਹ ਦੇ ਪਿੱਛੇ ਹੋ ਗਿਆ। ਹਾਲੇਲੂਇਆ। ਸੋ ਅਸੀਂ ਮਸੀਹ ਦੇ ਪਿੱਛੇ ਹੋ ਲਈਏ। ऐसा खुदा नु किए, मेरा जीवन ऐसा बदल कि हे परमेश्वर, मैं दुनिया पिछे नहीं, दुनिया दी चीज़ां पिछे नहीं, मैं तेरे पिछे चल सका। क्योंकि तेरे लिए धरती ते अगर कोई सब तो जबरदस्त कीमती चीज़ आ तो मैं ही हाँ। हालेलुया। क्योंकि तू मैनू अपने समान बनाना चाहता, अपने रूप से बनाना चाहता, मैनू अपने बराबर तखत ते बिठाना चाहना है। इसलिए मैं तेरे पिछे चलना चाहना है। अज अगर कोई इत्थे बैठा है इदां दी सोच लैके अपनी अखां बंद करो, अपने दिल ते हत्थ रख लो।
ਪ੍ਰਭੂ ਤੁਹਾਡੇ ਜੀਵਨ ਨੂੰ ਬਦਲ ਦਊਗਾ, ਤੁਹਾਡੇ ਮਨ ਦੀ ਚਿੰਤਾ ਨੂੰ ਦੂਰ ਕਰ ਦਊਗਾ, ਤੁਹਾਡੇ ਬਿਜ਼ਨਸ ਦੇ ਵਿੱਚ ਵਾਧਾ ਕਰ ਦਊਗਾ, ਬਰਕਤ ਤੇ ਬਰਕਤ ਦਊਗਾ। ਤੁਸੀਂ ਦੁਨੀਆ ਨੂੰ ਸੱਦ ਕੇ ਬਰਕਤਾਂ ਦੇ ਵਿੱਚ ਸਾਂਝੀ ਬਣਾਓਗੇ। ਹਾਲੇਲੂਇਆ, ਹਾਲੇਲੂਇਆ। ਖੁਦਾਵੰਦ ਖੁਦਾ, ਇੱਥੇ ਜਿਨ੍ਹਾਂ ਲੋਕਾਂ ਨੇ ਆਪਣੇ ਦਿਲਾਂ ਤੇ ਹੱਥ ਰੱਖਿਆ, ਇਹਨਾਂ ਦੇ ਹੱਥਾਂ ਦੇ ਉੱਤੇ ਐਸੇ ਵਕਤ ਤੇਰਾ ਹੱਥ ਆਵੇ ਔਰ ਪ੍ਰਭੂ ਹਾਲਾਤ ਬਦਲ ਜਾਣ, ਜੀਵਨ ਬਦਲ ਜਾਣ ਔਰ ਤੇਰੀ ਮਰਜ਼ੀ ਦੇ ਹੋ ਜਾਣ। ਔਰ ਇਸ ਘਰ ਨੂੰ ਵੀ ਬੜੀ ਬਰਕਤ ਦੇ, ਇਸ ਪਰਿਵਾਰ ਨੂੰ ਬੜੀ ਬਰਕਤ ਦੇ। ਅੱਜ ਦੀ ਬੰਦਗੀ ਤੇਰੇ ਘਰ 'ਚ ਕਬੂਲ ਹੋਵੇ। ਵੱਡਾ ਫਜ਼ਲ ਕਰੋ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਫਾਕਸ਼ਕ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਸਭ ਇਮਾਨਦਾਰਾਂ ਕੋ ਨਾਲ ਹੁੰਦੀ ਰਹੇ। ਆਮੀਨ। ਹਾਲੇਲੂਇਆ।